ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 17 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 408-415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਬਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟਰਲੀ ਫਲੇ, ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, 60% ਤੱਕ ਕਰਜ਼ਾ ਮਾਫ ਕਰਵਾਉਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ UK ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਉਹਨਾਂ ਦਾ ਸਵਾਗਤ ਵੀ ਬਹੁਤ ਹੋ ਰਿਹਾ ਆ, ਕਈ ਜਗ੍ਹਾ ਦੇ ਉੱਤੇ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈਗਾ। ਉਹਨਾਂ ਦੀ ਜਿਹੜੀ ਸਟੇਟ ਵਿਜ਼ਿਟ ਆ UK ਦੇ ਵਿੱਚ ਅੱਜ ਸਵੇਰੇ ਸ਼ੁਰੂ ਹੋਈ ਹੈਗੇ। ਵਿੰਡਸਰ ਕੈਸਲ ਦੇ ਵਿੱਚ ਸਭ ਤੋਂ ਪਹਿਲਾਂ ਉਹ ਪਹੁੰਚੇ ਆ, ਜਿੱਥੇ ਕਿੰਗ ਚਾਰਲਸ III ਉਹਨਾਂ ਨੂੰ ਮਿਲੇ ਹੈਗੇ ਆ। ਤੇ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਹੁਣੀ ਪਹਿਲੇ ਇਲੈਕਟਡ ਆਫੀਸ਼ੀਅਲਸ ਆ ਜਿਨ੍ਹਾਂ ਨੇ 2 ਸਟੇਟ ਵਿਜ਼ਿਟਸ ਬ੍ਰਿਟੇਨ ਦੀ ਕੀਤੀਆਂ ਹੈਗੀਆਂ ਆ। ਪਹਿਲੀ ਵਾਰੀ ਕੁਈਨ ਐਲਿਜ਼ਾਬੈਥ II 2019 ਦੇ ਵਿੱਚ, ਤੇ ਹੁਣ ਜੋ ਆ ਕਿੰਗ ਚਾਰਲਸ ਉਹਨਾਂ ਨੂੰ ਉੱਥੇ ਰਿਸੀਵ ਕਰਨ ਆਏ ਹੈਗੇ ਆ। ਪ੍ਰੈਜ਼ੀਡੈਂਟ ਤੇ ਫਸਟ ਲੇਡੀ ਮਿਲਾਨੀਆ ਟਰੰਪ ਇਹਨਾਂ ਨੇ ਸਟੇਟ ਦਾ ਜਿਹੜਾ ਡਿਨਰ ਹੈਗਾ ਆ ਰਾਇਲ ਫੈਮਿਲੀ ਦੇ ਨਾਲ, ਉਹ ਵੀ ਜਿਹੜਾ ਆਰਗੇਨਾਈਜ਼ ਕੀਤਾ ਹੋਇਆ ਹੈਗਾ ਆ। ਸੋ ਇਸ ਤੋਂ ਬਿਨਾਂ ਹੋਰ ਵੀ ਜਿਹੜੇ ਹਾਈ ਲੈਵਲ ਆਫੀਸ਼ੀਅਲਸ ਆ UK ਦੇ, ਉਹ ਵੀ ਟਰੰਪ ਉਹਨਾਂ ਨੂੰ ਰਿਸੀਵ ਕਰਨ ਦੇ ਵਿੱਚ ਆਏ ਹੋਏ ਸੀ, ਜਿਨ੍ਹਾਂ ਦੇ ਵਿੱਚ ਪ੍ਰਿੰਸ ਵਿਲੀਅਮ, ਉਹਨਾਂ ਦੀ ਵਾਈਫ ਕੇਟ ਮਿਡਲਟਨ, ਉਹ ਵੀ ਉੱਥੇ ਪਹੁੰਚੀ ਹੋਈ ਸੀਗੀ। ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੂਰੇ UK ਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਹੈਗੇ ਆ। ਕਿਸ ਤਰ੍ਹਾਂ ਜੋ ਇੰਗਲੈਂਡ ਦੇ ਲੋਕ ਆ ਉਹ ਬਹੁਤ ਔਖੇ ਆ ਵੀ ਪ੍ਰੈਜ਼ੀਡੈਂਟ ਟਰੰਪ ਇੱਥੇ ਕਿਉਂ ਆਇਆ। ਬਹੁਤ ਮੁੱਦਿਆਂ ਨੂੰ ਲੈ ਕੇ ਜਿਹੜੇ ਆ ਉਹਨਾਂ ਨੇ ਪੋਸਟਰ ਫੜੇ ਹੋਏ ਆ, ਬੜੇ ਬੜੇ ਬਲੂਨ ਜਿਹੜੇ ਆ ਉਹ ਬਣਾਏ ਹੋਏ ਹੈਗੇ ਆ। ਜਿਹੜੇ ਪੋਲਿੰਗ ਆ ਉਹ ਉੱਥੇ ਸ਼ੋਅ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇੰਗਲੈਂਡ ਵਾਲੇ ਅਪਰੂਵ ਨਹੀਂ ਕਰਦੇ। 61% ਜਿਹੜੇ ਇੰਗਲੈਂਡ ਦੇ ਰਹਿਣ ਵਾਲੇ ਲੋਕ ਆ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਪਸੰਦ ਨਹੀਂ ਕਰਦੇ। ਸੋ ਐਂਟੀ ਟਰੰਪ ਜਿਹੜੇ ਡੈਮੋਨਸਟ੍ਰੇਸ਼ਨਸ ਆ ਇਹ ਕੱਲ ਤੋਂ ਹੀ ਸ਼ੁਰੂ ਹੋ ਗਿਆ ਸੀ, ਮੰਗਲਵਾਰ ਰਾਤ ਤੋਂ ਹੀ। ਤੇ ਜਦੋਂ ਉਹਨਾਂ ਦਾ ਜਹਾਜ਼ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਲੰਡਨ ਦਾ ਜਿਹੜਾ ਸਟੈਂਡ ਏਅਰਪੋਰਟ ਹੈਗਾ ਉੱਥੇ ਉਤਰਿਆ ਸੀ, ਤੇ ਜਦੋਂ ਉਹ ਬੈਨਫੀਲਡ ਹਾਊਸ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਵੀ ਲੋਕਾਂ ਨੇ ਬਹੁਤ ਪ੍ਰੋਟੈਸਟ ਕੀਤੇ ਹੈਗੇ। 25 ਮੀਲ ਦੂਰ ਇੱਕ ਪ੍ਰੋਜੈਕਟਡ ਫੁਟੇਜ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜੈਫਰੀ ਐਪਸਟੇਨ ਉਹਨਾਂ ਦੀ ਨਾਲ ਫੋਟੋ ਲਾ ਕੇ ਜਿਹੜਾ ਆ ਉਹ ਵਿੰਡਸਰ ਕੈਸਲ ਦੇ ਉੱਤੇ ਜਿਹੜਾ ਦਿਖਾਇਆ ਗਿਆ ਸੀਗਾ। ਸੋ ਕਾਫੀ ਵੱਡੀ ਫੋਟੋ ਸੀ ਜਿਹੜੀ ਉਹ ਦਿਖਾਈ ਗਈ ਸੀ। ਸੋ ਪੋਲਿਟਿਕਸ ਆਫ ਡਿਵੀਜ਼ਨ ਤੇ ਹੇਟਰੇਡ ਨੂੰ ਲੈ ਕੇ ਬਹੁਤ ਸਾਰੇ ਲੋਕ ਜੋ ਆ ਇੰਗਲੈਂਡ ਦੇ ਅਪਸੈਟ ਵੀ ਹੈਗੇ ਆ। ਜੀ ਬਿਲਕੁਲ। ਸੋ 1600 ਪੁਲਿਸ ਮੁਲਾਜ਼ਮ ਲਾਏ ਨੇ UK ਵਾਲਿਆਂ ਨੇ, ਤੇ 500 ਹੋਰ ਫੋਰਸਿਸ ਦੇ ਜਿਹੜੇ ਬੰਦੇ ਆ ਉਹ ਸੱਦੇ ਗਏ ਨੇ। ਮੈਟਰੋਪੋਲੀਟਨ ਪੁਲਿਸ ਨੇ ਜਿਹੜਾ ਉਹ ਦੱਸਿਆ, ਤਾਂ ਜੋ ਜਿਹੜੇ ਟਰੰਪ ਹੋਣਾ ਦੇ ਉਲਟ ਜਿਹੜੇ ਪ੍ਰੋਟੈਸਟ ਹੋ ਰਹੇ ਆ ਜਾਂ ਪ੍ਰੋਟੈਸਟਰਸ ਆ ਉਹਨਾਂ ਨੂੰ ਉਹਨਾਂ ਦੇ ਨਜ਼ਦੀਕ ਨਾ ਪਹੁੰਚਣ ਦਿੱਤਾ ਜਾਵੇ। ਆਰਗੇਨਾਈਜ਼ਰਸ ਸਟਾਪ ਟਰੰਪ ਕੋਲੀਸ਼ਨ, ਇਹ 50 ਯੂਨੀਅਨਸ ਤੇ ਚੈਰਿਟੀਜ਼ ਦੀ ਇੱਕ ਸਾਂਝੀ ਕੋਲੀਸ਼ਨ ਆ,
ਜਿਨ੍ਹਾਂ ਨੇ ਉੱਥੇ ਵਾਈਟ ਹਾਲ ਦੇ ਵਿੱਚ ਮਾਰਚ ਜਿਹੜਾ ਉਹ ਸਟਾਰਟ ਜਿਹੜਾ ਉਹ ਕੀਤਾ ਸੀ। ਨੋ ਟੂ ਰੇਸਿਜ਼ਮ, ਨੋ ਟੂ ਟਰੰਪ, ਸਟਾਪ ਆਰਮਿੰਗ ਇਜ਼ਰਾਈਲ। 20 ਫੁੱਟ ਦਾ ਟਰੰਪ ਬੇਬੀ ਬਲਿੰਪ ਜਿਹੜਾ ਆ ਉਹ ਵੀ ਫਲੋਟ ਦੇ ਰੂਪ ਦੇ ਵਿੱਚ ਉੱਥੇ ਲਿਜਾਇਆ ਜਿਹੜਾ ਹੋ ਗਿਆ। ਸੇਮ ਉਸੇ ਤਰੀਕੇ ਨਾਲ ਜਦ 2019 ਦੇ ਵਿੱਚ ਟਰੰਪ ਗਿਆ ਸੀ ਉੱਥੇ, ਤਾਂ ਉਹਦੇ ਉਲਟ ਇਹੀ ਜਿਹੜਾ ਬਲਿੰਪ, ਇਹੀ ਬਲੂਨ ਜਿਹੜਾ ਆ ਉਹ ਵਰਤਿਆ ਜਿਹੜਾ ਹੋ ਗਿਆ ਸੀਗਾ। ਜਿਹੜੇ ਉੱਥੋਂ ਦੇ ਡਿਪਟੀ ਅਸਿਸਟੈਂਟ ਕਮਿਸ਼ਨਰ ਨੇ ਲੂਇਸ ਪਿਊਟਫੁੱਟ, ਉਹ ਕਹਿੰਦੇ ਵੀ ਅਨਦਰ ਬਿਜ਼ੀ ਡੇ ਫਾਰ ਆਫਿਸਰਸ ਜਿਹੜਾ ਉਹ ਹੋਊਗਾ ਜਿਸ ਤਰੀਕੇ ਦੇ ਨਾਲ ਉੱਥੇ ਦੇਖਿਆ ਗਿਆ ਹੈ। ਸੋ ਸਟਾਪ ਟਰੰਪ ਕੋਲੀਸ਼ਨ ਗਰੁੱਪ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕਹਿ ਲਓ ਵੀ ਗਰੁੱਪ ਆ ਉਹ ਇਕੱਠੇ ਹੋਏ ਨੇ। ਐਂਟੀ ਰੇਸਿਜ਼ਮ ਤੋਂ ਪ੍ਰੋ ਪੈਲਸਤੀਨ ਤੋਂ ਲੈ ਕੇ ਕਲਾਈਮੇਟ ਕੈਂਪੇਨਰ ਵਾਲੇ ਸਾਰੇ ਜਿਹੜੇ ਆ ਉਹ ਸੀਗੇ। ਕਈਆਂ ਨੇ ਇੱਥੇ ਤੱਕ ਵੀ ਲਿਖਿਆ ਸੀ ਔਰੇਂਜ ਲਾਈਜ਼ ਮੈਟਰ, ਵੀ ਟਰੰਪ ਹੁਣਾਂ ਨੇ ਝੂਠ ਬਹੁਤ ਬੋਲਿਆ। ਉੱਥੋਂ ਦੇ ਇੱਕ ਨਿਊਜ਼ ਚੈਨਲ ਆ, ਉਹਨਾਂ ਨੇ ਇਹ ਤਹਈਆ ਕੀਤਾ ਸੀਗਾ ਵੀ ਟਰੰਪ ਨੇ ਜਿਹੜੇ ਹੁਣ ਤੱਕ ਦੇ ਸਾਰੇ ਝੂਠ ਬੋਲੇ ਆ, ਉਹਨਾਂ ਸਾਰੇ ਝੂਠਾਂ ਦੀ ਕੰਟੀਨਿਊਸਲੀ ਜਿਹੜੀ ਵੀਡੀਓ ਆ ਉਹ ਆਪਣੇ ਚੈਨਲ ਦੇ ਉੱਤੇ ਦਿਖਾਉਂਦੇ ਜਿਹੜੇ ਉਹ ਰਹਿਣਗੇ। ਸੋ ਆਰਗੇਨਾਈਜ਼ਰਸ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਟਰੰਪ ਹੁਣਾਂ ਦਾ ਕਹਿ ਲਓ ਵੀ ਪ੍ਰੋਟੈਸਟ ਦੇ ਨਾਲ ਸਵਾਗਤ ਕਰਨ ਦੇ ਲਈ ਪਹੁੰਚੇ। ਜਿੱਥੇ ਵੈਲਕਮ ਉਹਨਾਂ ਨੂੰ ਪ੍ਰਿੰਸ ਨੇ ਕੀਤਾ, ਉੱਥੇ ਪ੍ਰੋਟੈਸਟਰਸ ਦਾ ਵੀ ਉਹਨਾਂ ਨੂੰ ਨਾਲ ਦੇ ਨਾਲ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਹੁਣੇ ਕੁਛ ਮਹੀਨੇ ਪਹਿਲਾਂ ਦੀ ਹੀ ਗੱਲ ਆ, ਯੂਕੇ ਦੇ ਨਾਲ ਇਹਨਾਂ ਦਾ ਆਪਣਾ ਸਮਝੌਤਾ ਜਿਹੜਾ ਉਹ ਹੋਇਆ ਆ ਟ੍ਰੇਡ ਦਾ। ਫਿਰ EU ਦੇ ਨਾਲ ਵੀ ਟ੍ਰੇਡ ਦਾ ਜਿਹੜਾ ਸਮਝੌਤਾ ਆ ਉਹ ਅਮਰੀਕਾ ਦਾ ਹੋ ਚੁੱਕਾ ਹੈਗਾ ਆ। ਪਰ ਟਰੰਪ ਨੂੰ ਉੱਥੇ ਇੱਕ ਡਿਸਾਈਸਿਵ ਫਿਗਰ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਜਿਹੜਾ ਉੱਥੇ ਨਾਈਜਲ ਫਰਾਜ ਆ, ਉਹ ਇਹਨਾਂ ਦਾ ਕਾਫੀ ਚਹੇਤਾ ਜਾਂ ਨਜ਼ਦੀਕੀ ਲੱਗਦਾ ਆ। ਕਾਰਨ ਨਜ਼ਦੀਕੀ ਤੋਂ ਭਾਵ ਵੀ ਉਹਨਾਂ ਦੀ ਵਿਚਾਰਧਾਰਾ ਜਿਹੜੀ ਇੱਕੋ ਜਿਹੀ ਲੱਗਦੀ ਹੈਗੀ ਆ। ਸੋ 4 ਜਾਣਿਆਂ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ, ਜਦ ਉਹਨਾਂ ਦੇ ਦੁਆਰਾ ਪ੍ਰੈਜ਼ੀਡੈਂਟ ਤੇ ਜਿਹੜਾ ਪੈਡੋਫਾਈਲ ਫਾਈਨੈਂਸਰ ਜੈਫਰੀ ਐਪਸਟੀਨ ਆ, ਜਿੱਦਾਂ ਤੁਸੀਂ ਦੱਸਿਆ ਵੀ ਵਿੰਡਸਰ ਕੈਸਲ ਦੇ ਉੱਤੇ ਉਹਨਾਂ ਦੀ ਤਸਵੀਰਾਂ ਜਿਹੜੀਆਂ ਪ੍ਰੋਜੈਕਟ ਉਹਨਾਂ ਨੇ ਕੀਤੀਆਂ ਸੀ, ਉਸ ਮਾਮਲੇ 'ਚ 4 ਜਾਣੇ ਜਿਹੜੇ ਆ ਉਹਨਾਂ ਨੇ ਗ੍ਰਿਫਤਾਰ ਜਿਹੜੇ ਉਹ ਕੀਤੇ ਹੈਗੇ ਆ। ਸੋ ਇੱਕ ਜਣਾ ਉੱਥੇ ਦ ਗ੍ਰੇਟੈਸਟ ਪ੍ਰੈਜ਼ੀਡੈਂਟ ਦੀ ਟੋਪੀ ਪਾ ਕੇ ਜਿਹੜਾ ਉਹ ਆਇਆ ਸੀ, ਤੇ ਜਿਹੜੇ ਪ੍ਰੋਟੈਸਟਰਸ ਨੇ ਉਸ ਨੂੰ ਜਿਹੜਾ ਉੱਥੇ ਬੂ ਜਿਹੜਾ ਉਹ ਕੀਤਾ ਸੀ, ਜਿਹੜੇ ਉੱਥੇ ਕਰਾਊਡ ਪਹੁੰਚੀ ਜਿਹੜੀ ਉਹ ਹੋਈ ਸੀ। ਸੋ ਰਾਇਲਸ ਨੂੰ ਅੱਜ ਟਰੰਪ ਤੇ ਮਿਲਾਨੀਆ ਟਰੰਪ ਉਹ ਵਿੰਡਸਰ ਕੈਸਲ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈਗੀ ਆ। ਤੇ ਇੱਕ ਆਸਟ੍ਰੇਲੀਆ ਜਰਨਲਿਸਟ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ, ਜੋ ABC ਉੱਥੇ ਦਾ ਚੈਨਲ ਹੈਗਾ, ਕੁਐਸਚਨ ਪੁੱਛਿਆ ਵੀ ਤੁਹਾਡੀ ਕਿੰਨੀ ਕੁ ਜਿਹੜੀ ਇਨਕਮ ਆ ਉਹ ਵੱਧ ਗਈ ਹੈਗੀ ਆ ਜਦੋਂ ਤੋਂ ਤੁਸੀਂ ਪ੍ਰੈਜ਼ੀਡੈਂਟ ਬਣੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਵੀ ਮੇਰੇ ਨਿਆਣੇ ਜਿਹੜੇ ਆ ਤੇ ਉਹ ਜਿਹੜਾ ਫੈਮਿਲੀ ਬਿਜ਼ਨਸ ਆ ਉਹਨੂੰ ਮੈਨੇਜ ਕਰ ਰਹੇ ਹੈਗੇ ਆ। ਪਰ ਇਸ ਕੁਐਸਚਨ ਤੋਂ ਕਾਫੀ ਅਪਸੈਟ ਨਜ਼ਰ ਆਏ ਤੇ ਉਹਨਾਂ ਨੇ ਪੱਤਰਕਾਰ ਨੂੰ ਪੁੱਛਿਆ ਵੀ ਤੂੰ ਕਿੱਥੋਂ ਆ? ਕਹਿੰਦਾ ਜੀ ਮੈਂ ਆਸਟ੍ਰੇਲੀਆ ਤੋਂ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਤੈਨੂੰ ਕੁਐਸਚਨ ਇਹ ਪੁੱਛਣਾ ਨਹੀਂ ਚਾਹੀਦਾ ਸੀ, ਆਸਟ੍ਰੇਲੀਆ ਨਾਲ ਸਾਡੇ ਬਹੁਤ ਵਧੀਆ ਸੰਬੰਧ ਆ, ਤੁਹਾਡਾ ਜਿਹੜਾ ਲੀਡਰ ਆ ਉਹ ਮੈਨੂੰ ਮਿਲਣ ਵੀ ਆ ਰਿਹਾ ਹੈਗਾ। ਤੇ ਪਰ ਜੂਨ ਮਹੀਨੇ ਦੇ ਵਿੱਚ US ਆਫਿਸ ਆਫ ਗਵਰਨਮੈਂਟ ਐਥਿਕਸ OGE ਆ ਜੋ, ਉਹਨਾਂ ਨੇ ਇਹ ਅਨਾਉਂਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਲਗਭਗ $600 ਮਿਲੀਅਨ US ਡਾਲਰ ਜੋ ਆ ਉਹ ਇਨਕਮ ਦੇ ਵਿੱਚ ਲਾਸਟ ਈਅਰ ਫਰੋਮ ਜਿਹੜੀ ਵਰਚੁਅਲ ਕਰੰਸੀ ਤੇ ਰੀਅਲ ਸਟੇਟ ਅਰਨਿੰਗਸ ਤੋਂ ਬਣਾਇਆ ਹੈਗਾ। ਇਹ ਜੋ ਗਵਰਨਮੈਂਟ ਦੇ ਐਥਿਕਸ ਦੀ ਰਿਪੋਰਟ ਸੀਗੀ ਉਹਨਾਂ ਤੋਂ ਸੀ। ਸੋ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਇਸ ਜਰਨਲਿਸਟ ਦੇ ਬਾਰੇ ਜੋ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂਗਾ। ਸੋ ਇਹ ਕਾਫੀ ਜਿਹੜਾ ਹੁਣ ਇਸ ਵੇਲੇ ਹੌਟ ਨਿਊਜ਼ ਬਣੀ ਹੋਈ ਆ, ਜਿਹੜੀ ਬਹਿਸ ਆ ਪ੍ਰੈਜ਼ੀਡੈਂਟ ਟਰੰਪ ਤੇ ABC ਆਸਟ੍ਰੇਲੀਆ ਦੇ ਜਿਹੜੇ TV ਚੈਨਲ ਹੈਗੇ ਆ ਉਹਨਾਂ ਦੇ ਵਿਚਕਾਰ ਹੋਈ ਹੈਗੀ। ਤੁਸੀਂ ਹੁਣ ਦੇਖ ਲਓ ਵੀ ਚਾਰਲੀ ਕਰਕ ਨੂੰ ਤਾਂ ਫਰੀडम ਆਫ ਸਪੀਚ ਦੀ ਗੱਲ ਕਹਿ ਕੇ ਕਹਿੰਦੇ ਵੀ ਇਹ ਤਾਂ ਹੁਣ ਬਹੁਤ ਤਗੜੀ ਚੀਜ਼ ਆ। ਤੇ ਇੱਕ ਪੱਤਰਕਾਰ ਜੇ ਸਵਾਲ ਪੁੱਛੇ ਤਾਂ ਟਰੰਪ ਉਹਨੂੰ ਤਾਨਾਸ਼ਾਹ ਦੀ ਤਰ੍ਹਾਂ ਕਹਿੰਦਾ ਆ ਵੀ ਭਾਈ ਏਦਾਂ ਕਿੱਦਾਂ ਤੂੰ ਮੈਨੂੰ ਸਵਾਲ ਪੁੱਛ ਲਿਆ, ਵੀ ਮੈਂ ਤੇਰੇ ਕਰਕੇ ਤੇਰੇ ਸਵਾਲ ਪੁੱਛਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਖਟਾਸ ਆ ਜੂਗੀ। ਸੋ ਕਿਤੇ ਨਾ ਕਿਤੇ ਅੰਦਰ ਖਾਤੇ ਕੋਈ ਡਰ ਆ। ਇਹ ਜਿਹੜੀ ਚੀਜ਼ ਆ, ਇਸੇ ਚੀਜ਼ ਦੇ ਵਿੱਚ ਇੱਕ ਮੋੜ ਲੈ ਕੇ ਤੁਹਾਨੂੰ ਦੱਸਦੇ ਜਾਈਏ, ਟਰੰਪ ਤੇ UAE ਦੇ ਦਰਮਿਆਨ ਜਿਹੜੀ ਇਹ ਹੁਣ ਚਰਚਾ ਜਿਹੜੀ ਚੱਲ ਰਹੀ ਆ ਨਾ, ਇੱਕ ਕਹਿੰਦੇ ਵੀ ਸ਼ਰੇਆਮ ਵੀ ਕਰਪਸ਼ਨ ਜਿਹੜੀ ਉਹ ਸਾਹਮਣੇ ਨਜ਼ਰ ਆ ਰਹੀ ਆ, ਜਿਹੜੇ ਇਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਆ।
UAE ਨੂੰ ਐਡਵਾਂਸਡ AI ਚਿਪਸ ਨਹੀਂ ਸੀ ਮਿਲ ਰਹੀਆਂ। ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੇ ਵਿੱਚ ਗੁਹਾਰ ਜਿਹੜੀ ਉਹ ਲਾਈ ਸੀ ਵੀ ਭਾਈ ਸਾਨੂੰ AI ਚਿਪਸ ਜਿਹੜੀਆਂ ਦਿਓ, ਪਰ UAE ਦੀ ਚਾਈਨਾ ਦੇ ਨਾਲ ਨਜ਼ਦੀਕੀ ਦੇ ਕਰਦਿਆਂ ਉਹਨਾਂ ਨੇ ਉਸ ਚੀਜ਼ ਨੂੰ ਮੁਹੱਈਆ ਨਹੀਂ ਕਰਾਇਆ। ਫਿਰ ਜਦ ਟਰੰਪ ਹੁਣੀ ਰਾਸ਼ਟਰਪਤੀ ਬਣਨ ਵਾਲੇ ਸੀ, ਇਹਨਾਂ ਨੇ ਇੱਕ ਕ੍ਰਿਪਟੋ ਕਰੰਸੀ ਆਪਣੀ ਜਿਹੜੀ ਫਰਮ ਆ ਇਹਨਾਂ ਦੇ ਪਰਿਵਾਰ ਦੀ ਜਿਹੜੀ ਬਣਾਈ, ਜਿਹੜੇ ਇਸ ਟਾਈਮ ਟ੍ਰੇਡ ਦੇ ਐਡਵਾਈਜ਼ਰ ਵਿਟਕੌਫ ਆ ਉਹਨਾਂ ਦਾ ਮੁੰਡਾ ਤੇ ਟਰੰਪ ਦੇ ਜਿਹੜੇ ਨਿਆਣੇ ਆ, ਉਹ ਮਿਲ ਕੇ ਉਹ ਕੰਪਨੀ ਨੂੰ ਜਿਹੜਾ ਉਹ ਰਨ ਕਰਦੇ ਆ। ਤੇ UAE ਨੇ ਉਸ ਕ੍ਰਿਪਟੋ ਕਰੰਸੀ ਦੀ ਫਰਮ ਦੇ ਵਿੱਚ $2 ਬਿਲੀਅਨ ਜਿਹੜਾ ਉਹ ਪਾਇਆ ਤੇ ਅੱਜ ਉਹਨਾਂ ਦੀ ਜਿਹੜੀ ਉਹ ਡੀਲ ਬਣ ਗਈ ਆ AI ਚਿਪਸ ਜਿਹੜੀਆਂ ਆ, ਐਡਵਾਂਸਡ AI ਚਿਪਸ ਜਿਹੜੀਆਂ ਉਹ ਲੈਣ ਦੇ ਲਈ। ਹੁਣ ਉਹ ਕਹਿੰਦੇ ਵੀ ਵਾਈਟ ਹਾਊਸ ਤੇ ਕਹਿੰਦਾ ਵੀ ਇਹ ਆਪਸ ਦੇ ਵਿੱਚ ਇਹਦਾ ਸੁਮੇਲ ਨਹੀਂ ਆ, ਪਰ ਸਿਆਣੇ ਜਿਹੜੇ ਆ ਲੋਕ ਆ ਉਹ ਜਿਹੜੀ ਗੱਲ ਨੂੰ ਦੇਖਦੇ ਆ ਉਹ ਸਮਝਦੇ ਆ ਵੀ ਇਹ ਜਿਹੜੀ ਟ੍ਰਾਂਜੈਕਸ਼ਨ ਹੋਈ ਆ $2 ਬਿਲੀਅਨ ਦੀ, ਉਹਦੇ ਨਾਲ ਜਿਹੜੀਆਂ AI ਚਿਪਸ ਨੂੰ ਐਕਸੈਸ ਜਿਹੜਾ ਆ ਉਹ ਮਿਲ ਗਿਆ। ਹੁਣ ਜੇ ਚਾਹੁੰਦੇ ਨੇ ਵੀ ਚਾਈਨਾ ਤੱਕ ਵਾਕਈ ਐਡਵਾਂਸਡ AI ਚਿਪਸ ਨਾ ਮਿਲਣ ਤਾਂ ਫਿਰ ਉਹਨਾਂ ਨੂੰ ਉਹ ਰਾਹ ਵੀ ਜਿਹੜੇ ਕਿਤੇ ਨਾ ਕਿਤੇ ਡੱਕਣੇ ਜਿਹੜੇ ਉਹ ਚਾਹੀਦੇ ਹੈਗੇ ਆ। ਸੋ ਸ਼ੇਖ ਤਹਨੂਨ ਬਿਨ ਜ਼ਾਇਦ ਅਲ ਨਯਾਨ ਇਸ ਦੇ ਨਾਲ ਜਿਹੜੀ ਉਹ ਮੀਟਿੰਗ ਹੋਈ ਸੀ ਵਿਟਕੌਫ ਹੁਣਾਂ ਦੀ, ਜਿਹੜੇ ਮਿਡਲ ਈਸਟ ਦੇ ਐਨਵॉय ਹੈਗੇ ਨੇ ਸਟੀਵ ਵਿਟਕੌਫ, ਉਹਨਾਂ ਦੇ ਨਾਲ। ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋ $2 ਬਿਲੀਅਨ ਇਹਨਾਂ ਦੀ ਫਰਮ ਦੇ ਵਿੱਚ ਕ੍ਰਿਪਟੋ ਕਰੰਸੀ ਵਾਲੀ 'ਚ ਪਾਇਆ ਜਾਂਦਾ ਆ ਤੇ ਇਹਨਾਂ ਨੂੰ ਐਡਵਾਂਸਡ AI ਚਿਪਸ ਜਿਹੜੀਆਂ ਆ ਉਹ ਹੁਣ ਮਿਲ ਚੁੱਕੀਆਂ ਆ। ਸੋ ਇੱਥੇ ਹੁਣ ਸਪਸ਼ਟ ਹੀ ਜਿਹੜਾ ਉਹ ਨਜ਼ਰ ਆ ਰਿਹਾ ਆ ਵੀ ਇਸ ਦੇ ਵਿੱਚ ਕੀ ਜਿਹੜਾ ਆ ਅੰਦਰ ਖਾਤੇ ਜਿਹੜਾ ਉਹ ਚੱਲ ਰਿਹਾ। ਤੇ ਤੁਸੀਂ ਦੇਖੋ ਵੀ ਉਹ ਕੰਪਨੀ ਹੈ ਕਿਹਨਾਂ ਦੀ, ਟਰੰਪ ਦੇ ਮੁੰਡਿਆਂ ਦੀ, ਤੇ ਜਿਹੜਾ ਵਿਟਕੌਫ ਆ ਉਸ ਦੇ ਜਿਹੜੇ ਉਹ ਮੁੰਡਿਆਂ ਦੀ। ਵਰਲਡ ਲਿਬਰਟੀ ਫਾਈਨੈਂਸ਼ੀਅਲ ਕਰਕੇ ਇਹਨਾਂ ਦੀ ਕੰਪਨੀ ਆ, ਇੱਕ ਕ੍ਰਿਪਟੋ ਕਰੰਸੀ ਸਟਾਰਟਅਪ ਆ। ਵਿਟਕੌਫ ਤੇ ਟਰੰਪਸ ਦੇ ਦੁਆਰਾ ਜਿਹੜੀ ਇਸ ਨੂੰ ਸਟਾਰਟ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ $2 ਬਿਲੀਅਨ ਆਉਣ ਤੋਂ ਬਾਅਦ ਚ ਇਹ ਸਮਝੌਤਾ ਜਿਹੜਾ ਆ ਉਹ ਹੁਣ ਹੋਇਆ ਆ। ਸੋ ਕਹਿੰਦੇ ਵੀ ਇਹ ਜਿਹੜੀਆਂ G42 ਨੂੰ ਜਿਹੜੀਆਂ ਚਿਪਸ ਆ ਉਹ ਜਿਹੜੀਆਂ ਉਹ ਜਾਣਗੀਆਂ। ਟੈਕਨੋਲੋਜੀ ਫਰਮ ਜਿਹੜੀ ਕੰਟਰੋਲ ਕੀਤੀ ਜਾਂਦੀ ਆ ਸ਼ੇਖ ਤਹਨੂਨ, ਜਿਹਨੇ $2 ਬਿਲੀਅਨ ਇਹਨਾਂ ਦੀ ਕੰਪਨੀ ਦੇ ਵਿੱਚ ਟਰੰਪ ਤੇ ਵਿਟਕੌਫ ਹੋਣਾ ਦੀ ਕੰਪਨੀ ਦੇ ਵਿੱਚ ਜਿਹੜਾ ਉਹ ਪਾਇਆ ਆ। ਸੋ ਉੱਥੇ ਜਿਹੜੀਆਂ ਇਹ ਜਾਣਗੀਆਂ। ਸੋ ਕਈ ਜਿਹੜੇ ਆ ਨਿਊਯਾਰਕ ਟਾਈਮਸ ਨੇ ਇਸ ਨੂੰ ਰਿਪੋਰਟ ਜਿਹੜਾ ਉਹ ਕਰਦੇ ਹੋਏ ਦਿਖਾਇਆ ਵੀ ਇਹ ਜਿਹੜੇ ਐਗਰੀਮੈਂਟਸ ਆ ਉਹ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਇੰਟਰਟਵਾਈਨਡ ਨੇ, ਵੀ ਆਪਸ ਦੇ ਵਿੱਚ ਗੁੰਝਲਦਾਰ ਤਰੀਕੇ ਦੇ ਨਾਲ ਜੁੜੇ ਹੋਏ ਨੇ, ਵੀ ਜਿੱਥੋਂ ਇਹ ਲੱਗਦਾ ਆ ਵੀ ਕਿਤੇ ਨਾ ਕਿਤੇ ਇਹਨਾਂ ਦਾ ਆਪਸ ਦੇ ਵਿੱਚ ਲਿੰਕ ਜਿਹੜਾ ਉਹ ਜ਼ਰੂਰ ਹੋ ਸਕਦਾ ਆ। ਵਾਈਟ ਹਾਊਸ ਇਸ ਸਾਰੀਆਂ ਚੀਜ਼ਾਂ ਨੂੰ ਡਿਨਾਈ ਕਰਦਾ ਆ, ਕਹਿੰਦੇ ਵੀ ਉਹਨਾਂ ਨੂੰ AI ਚਿਪਸ ਦੇਣ ਦੇ ਵਿੱਚ ਇਹ $2 ਬਿਲੀਅਨ ਦਾ ਨਿਵੇਸ਼ ਆ ਉਸ ਦਾ ਕੋਈ ਸੰਬੰਧ ਨਹੀਂ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਇੱਕ ਸਾਬਕਾ CDC ਦੀ ਡਾਇਰੈਕਟਰ ਜਿਸ ਨੂੰ ਫਾਇਰ ਕਰ ਦਿੱਤਾ ਗਿਆ ਸੀ, RFK ਜੂਨੀਅਰ ਜੋ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਹੈਗੇ ਆ, ਉਹਨਾਂ ਦੀ ਜਿਹੜੀ ਹੀਅਰਿੰਗ ਹੋਈ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੇ ਖੁਲਾਸੇ ਆ ਉਹ ਦੱਸੇ ਹੈਗੇ ਆ। ਕਹਿੰਦੇ ਵੀ ਜਿਹੜਾ ਚਾਈਲਡਹੁੱਡ ਵੈਕਸੀਨ ਸਕੈਜੂਅਲ ਆ ਉਹ ਸਤੰਬਰ ਮਹੀਨੇ ਚੋਂ ਹੀ ਜਿਹੜਾ ਇਸ ਮਹੀਨੇ ਤੋਂ ਚੇਂਜ ਹੋਣ ਜਾ ਰਿਹਾ ਹੈਗਾ, ਕਿਉਂਕਿ ਜਿਹੜੇ JFK ਕੈਨੇਡੀ ਆ ਇਹ ਵੈਕਸੀਨ ਦੇ ਕਾਫੀ ਉਲਟ ਹੈਗੇ ਆ। ਸੋ ਇਹ ਜਿਹੜੀ ਬੀਬੀ ਸੂਜ਼ਨ ਮਨਰਾਜ ਸੀ, ਇਹ CDC ਦੀ ਡਾਇਰੈਕਟਰ ਸੀ, ਇਹਨੂੰ ਜਿਹੜਾ ਫਾਇਰ ਕਰ ਦਿੱਤਾ ਗਿਆ ਉਹਨੂੰ, ਕਿਉਂਕਿ ਉਹਨੂੰ ਕਨਫਰੰਟ ਕੀਤਾ, ਕਹਿੰਦੀ ਵੀ ਨਹੀਂ ਜਿਹੜਾ ਇਹ ਵੈਕਸੀਨ ਦਾ ਇਹ ਸਾਇੰਟੀਫਿਕਲੀ ਪ੍ਰੂਵ ਹੈਗਾ ਤੇ ਸਾਰਿਆਂ ਦੇ ਜਿਹੜੇ ਟੀਕੇ ਲਾਣੇ ਹੁੰਦੇ ਹੈਗੇ ਆ। ਸੋ ਐਡਵਾਈਜ਼ਰੀ ਕਮੇਟੀ ਜਿਹੜੀ ਇਮੂਨਾਈਜੇਸ਼ਨ ਪ੍ਰੈਕਟਿਸ ਵਾਲੀ ਆ ਉਹ ਵੀਰਵਾਰ ਤੇ ਸ਼ੁੱਕਰਵਾਰ ਨੂੰ ਹੁਣ ਡਿਸਕਸ ਕਰੂਗੀ ਕਿ ਕਿਹਨੂੰ COVID-19 ਜਾਂ ਹੈਪੇਟਾਈਟਸ B ਜਾਂ MMR ਵੈਕਸੀਨ ਲੱਗਣਗੇ। ਸੋ ਜਦੋਂ ਉਸ ਨੂੰ ਫਾਇਰ ਇਸ ਕਰਕੇ ਕੀਤਾ ਗਿਆ ਸੀ ਵੀ ਕੈਨੇਡੀ ਉਹਨਾਂ ਦੀ ਰਿਕੁਐਸਟ ਵੀ ਪ੍ਰੀ ਅਪਰੂਵ ਦਾ ਐਡਵਾਈਜ਼ਰੀ ਪੈਨਲ ਚੇਂਜਸ ਟੂ ਵੈਕਸੀਨ ਰਿਕਮੈਂਡੇਸ਼ਨਸ। ਸੋ ਕਹਿੰਦੇ ਵੀ ਚਾਈਲਡ ਵੈਕਸੀਨ ਸਕੈਜੂਅਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਚੇਂਜ ਹੁੰਦੀ ਹੈਗੀ ਆ, ਇਹ ਇੱਕ ਤਰ੍ਹਾਂ ਨਾਲ ਸਾਇੰਸ ਦੇ ਉਲਟ ਹੋਊਗੀ ਕਿ ਸਾਇੰਟੀਫਿਕਲੀ ਪ੍ਰੂਵ ਆ ਵੀ ਕਿਹੜੇ ਵੈਕਸੀਨ ਦੇ ਨਾਲ ਬੱਚਿਆਂ ਨੂੰ ਲਾਏ ਜਾਣ ਤਾਂ ਫਿਊਚਰ ਦੇ ਵਿੱਚ ਫਿਰ ਉਹ ਪ੍ਰੋਬਲਮ ਨਹੀਂ ਆਉਂਦੀ, ਕਿਸੇ ਤਰ੍ਹਾਂ ਦਾ ਜਿਹੜਾ ਹੈਲਥ ਇਸ਼ੂ ਨਹੀਂ ਆਉਂਦਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ ਹੋਈ ਆ ਵੀ ਕਿਉਂ ਉਹਨਾਂ ਨੂੰ ਜਿਹੜਾ ਫਾਇਰ ਕਰ ਦਿੱਤਾ ਗਿਆ ਹੈਗਾ। ਜੀ, ਉਹ ਤਾਂ ਇਹ ਵੀ ਦਾਅਵਾ ਕਰ ਰਹੀ ਸੀਗੀ ਵੀ ਮੈਨੂੰ ਕਹਿੰਦੇ ਵੀ ਸਪੈਸ਼ਲ ਰੋਕਿਆ ਗਿਆ ਸੀਗਾ ਵੀ ਕਿਸੇ ਵੀ ਦੇ ਨਾਲ ਜਿਹੜੀ ਉਹ ਗੱਲਬਾਤ ਕਾਂਗਰਸਮੈਨ ਵਾਲਿਆਂ ਦੇ ਨਾਲ ਜਾਂ ਕਾਂਗਰਸ ਵੂਮਨ ਦੇ ਨਾਲ
ਨਾ ਜਿਹੜੀ ਉਹ ਕਰੋ। ਤੇ ਜਿਹੜੀ ਹੁਣ ਕੱਢੀ ਗਈ CDC ਦੀ ਡਾਇਰੈਕਟਰ ਆ, ਇਹ ਟੈਸਟੀਫਾਈ ਜਿਹੜੀ ਉਹ ਕਰ ਰਹੀ ਆ ਵੀ ਉਸਨੂੰ ਕਿਉਂ ਫਾਇਰ ਕੀਤਾ ਗਿਆ ਸੀ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਸੂਜ਼ਨ ਮੋਨਾਰਜ਼, ਉਹਨਾਂ ਨੇ ਜਿਹੜਾ ਉਹ ਟੈਸਟੀਫਾਈ ਕੀਤਾ। ਕਹਿੰਦੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਜਿਹੜਾ ਉਹ ਸਾਨੂੰ ਪਾਇਆ ਜਿਹੜਾ ਉਹ ਗਿਆ ਸੀਗਾ, ਪਰ ਉਸ ਦੇ ਬਾਵਜੂਦ ਕਹਿੰਦੇ ਵੀ ਕੈਨੇਡੀ ਹੁਣਾਂ ਦੇ ਕਲੇਮਸ ਨੂੰ ਮੈਂ ਰਿਜੈਕਟ ਜਿਹੜੀ ਉਹ ਕਰਦੀ ਰਹੀ ਹਾਂ। ਉਹਨਾਂ ਨੇ ਇੱਕ ਓਪੈਡ ਵੀ ਜਿਹੜਾ ਉਹ ਲਿਖਿਆ ਸੀਗਾ, ਤੇ ਕਾਂਗਰੈਸ਼ਨਲ ਹੀਅਰਿੰਗ ਜਿਹੜੀ ਲਾਸਟ ਵੀਕ ਦੇ ਵਿੱਚ ਹੋਈ ਸੀ, ਉਸ ਤਰੀਕੇ ਦੇ ਨਾਲ ਉਸ ਦੇ ਬਾਰੇ ਵੀ ਉਹਨਾਂ ਨੇ ਚਰਚਾ ਜਿਹੜੀ ਉਹ ਕੀਤੀ ਸੀ। ਉਹਨਾਂ ਨੂੰ ਇਹ ਕਹਿ ਕੇ ਫਾਇਰ ਕੀਤਾ ਗਿਆ ਸੀਗਾ ਵੀ ਉਹ ਟਰਸਟ ਵਰਦੀ ਪਰਸਨ ਨਹੀਂ ਆ, ਵੀ ਇਹਨਾਂ ਦੇ ਉੱਤੇ ਭਰੋਸਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਕਹਿੰਦੇ ਵੀ ਉਹਨਾਂ ਦੀ ਟੈਂਸ ਮੀਟਿੰਗ ਕਾਫੀ ਜ਼ਿਆਦਾ ਅਗਸਤ ਦੇ ਵਿੱਚ ਕੈਨੇਡੀ ਹੁਣਾਂ ਦੇ ਨਾਲ ਵਾਪਰੀ ਸੀ। ਤੇ ਕਹਿੰਦੇ ਵੀ ਆਲਰੇਡੀ ਉਹ ਕਹਿੰਦੇ ਵੀ ਉਸ ਨੂੰ ਦੱਸਿਆ ਗਿਆ ਸੀਗਾ ਵੀ ਵਾਈਟ ਹਾਊਸ ਦੇ ਨਾਲ ਕਈ ਵਾਰ ਗੱਲਬਾਤ ਹੋ ਚੁੱਕੀ ਆ ਵੀ ਇਸ ਨੂੰ ਰਿਮੂਵ ਜਿਹੜਾ ਉਹ ਕਰ ਦਿੱਤਾ ਜਾਵੇ। ਕੈਨੇਡੀ ਨੇ 17 ਦੇ 17 ਮੈਂਬਰ ਜਿਹੜੇ ਐਡਵਾਈਜ਼ਰੀ ਪੈਨਲ ਹੁੰਦੀ ਆ ਇਮਿਊਨਾਈਜੇਸ਼ਨ ਪ੍ਰੈਕਟਿਸ ਦੀਆਂ, ਜੂਨ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਫਾਇਰ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਬਾਅਦ ਚ ਜਿਹੜੇ ਨਵੇਂ ਮੈਂਬਰ ਉਹਨਾਂ ਨੇ ਚੁਣੇ ਸੀਗੇ ਉਸ ਟਾਈਮ ਦੇ ਉੱਤੇ, ਤੇ 5 ਹੋਰ ਜਿਹੜੇ ਬੀਤੇ ਜਿਹੜੇ ਸੋਮਵਾਰ ਨੂੰ ਉਹਨਾਂ ਨੇ ਚੁਣੇ ਸੀਗੇ। ਤੇ ਕਹਿੰਦੇ ਵੀ ਉਹ ਸਾਰੇ ਉਹ ਨੇ ਜਿਹੜੇ ਕ੍ਰਿਟੀਕਲ ਨੇ ਵੈਕਸੀਨਸ ਦੇ ਉਲਟ ਜਿਹੜੀ ਭਾਵਨਾ ਜਿਹੜੀ ਆ ਉਹ ਜਿਸ ਦੇ ਵਿੱਚ ਰੱਖਦੇ ਆ। ਕੁਛ ਦਿਨ ਪਹਿਲਾਂ 8 ਅਗਸਤ ਨੂੰ CDC ਦੇ ਹੈੱਡਕੁਆਟਰ ਦੇ ਉੱਤੇ ਅਟਲਾਂਟਾ ਦੇ ਵਿੱਚ ਇੱਕ ਐਂਟੀ ਵੈਕਸੀਨਰ ਦੇ ਦੁਆਰਾ ਅੰਨ੍ਹੇਵਾਹ ਗੋਲੀ ਬਾਰੀ ਜਿਹੜੀ ਉਹ ਕੀਤੀ ਜਿਹੜੀ ਗਈ ਸੀ, ਜਿਸ ਦੇ ਵਿੱਚ ਇੱਕ ਅਫਸਰ ਦੀ ਵੀ ਮੌਤ ਜਿਹੜੀ ਉਹ ਹੋਈ ਸੀਗੀ। ਸੋ ਉਹ ਵੀ ਵੈਕਸੀਨਸ ਦੇ ਕਾਫੀ ਉਲਟ ਬੰਦਾ ਸੀ, ਜਿਸ ਨੇ ਗੋਲੀਆਂ ਜਿਹੜੀਆਂ ਕਹਿੰਦੇ ਉਹ ਚਲਾਈਆਂ ਸੀਗੀਆਂ। ਪਰ ਹੁਣ ਅਗਲੇ ਮਹੀਨੇ 'ਚ ਜਾਂ ਇਸ ਮਹੀਨੇ ਦੇ ਅਖੀਰ ਤੱਕ ਵੈਕਸੀਨਸ ਨੂੰ ਲੈ ਕੇ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਕਹਿ ਸਕਦੇ ਵੀ ਨਾ ਲਵਾਉਣ ਵਾਲੀ ਜਿਹੜੀ ਪ੍ਰਥਾ ਆ, ਉਸ ਦਾ ਸ਼ੁਰੂਆਤ ਹੋ ਸਕਦੀ ਆ। ਫਲੋਰੀਡਾ ਦੇ ਜਿਹੜੇ ਜਨਰਲ ਹੈਗੇ ਨੇ, ਸਰਜਨ ਜਨਰਲ, ਉਹਨਾਂ ਨੇ ਆਲਰੇਡੀ ਅਨਾਊਂਸ ਜਿਹੜਾ ਉਹ ਕਰ ਦਿੱਤਾ ਵੀ ਉੱਥੇ ਸਕੂਲਾਂ ਦੇ ਵਿੱਚ ਪੜ੍ਹਾਈ ਲਈ ਜਿਹੜੀਆਂ ਕੁਛ ਲੋੜੀਂਦੀਆਂ ਪਹਿਲਾਂ ਵੈਕਸੀਨਸ ਹੁੰਦੀਆਂ ਸੀ, ਜ਼ਰੂਰੀ ਹੁੰਦੀਆਂ ਸੀ, ਉਹ ਹੁਣ ਲਗਵਾਉਣ ਦੀ ਜ਼ਰੂਰਤ ਨਹੀਂ ਹੈਗੀ। ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦੇ ਵਿੱਚ ਕੁਛ ਸਮਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਦਾ ਜਿਹੜਾ ਇੱਕ ਆਪੋਜੀਸ਼ਨ ਲੀਡਰ ਸੀ ਅਲੈਕਸੀ ਨੈਵਲਿਨ, ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਹੁਣ ਅਲੈਕਸੀ ਨੈਵਲਿਨ ਦੀ ਵਾਈਫ ਯੂਲੀਆ ਨੈਵਲਿਨੀਆ, ਉਹਨੇ ਇਹ ਕਿਹਾ ਵੀ 2 ਜਿਹੜੀਆਂ ਰਿਪੋਰਟਸ ਆ ਵੱਖ-ਵੱਖ ਮੁਲਕਾਂ ਦੀਆਂ ਲੈਬੋਰਟਰੀ ਦੀਆਂ ਜਿਹੜੀਆਂ ਰਿਪੋਰਟਸ ਆਈਆਂ, ਉਹਦੇ ਵਿੱਚ ਸ਼ਰੇਆਮ ਪਾਇਆ ਗਿਆ ਵੀ ਉਹਦਾ ਜਿਹੜਾ ਹਸਬੈਂਡ ਆ 47 ਸਾਲਾਂ ਦਾ ਸੀ, ਜਿਸ ਨੂੰ ਫਰਵਰੀ 16 2024 ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਕਹਿੰਦੇ ਵੀ ਆਰਕਟਿਕ ਸਰਕਲ ਦੇ ਵਿੱਚ ਰਸ਼ੀਅਨ ਪ੍ਰਿਜ਼ਨ ਜਿਹੜੀ ਸੀ, ਜੇਲ੍ਹ ਦੇ ਵਿੱਚ ਸੀਗਾ, ਉੱਥੇ ਉਹਨੂੰ ਜਿਹੜੀ ਆ ਜ਼ਹਿਰ ਦਿੱਤੀ ਗਈ ਖਾਣੇ ਦੇ ਵਿੱਚ, ਤਾਂ ਉਹ ਤੋਂ ਬਾਅਦ ਉਹਦੀ ਜਿਹੜੀ ਆ ਮੌਤ ਹੋ ਗਈ। ਬਹੁਤ ਹੀ ਪੋਪੂਲਰ ਆਪੋਜੀਸ਼ਨ ਦਾ ਉਹ ਲੀਡਰ ਸੀਗਾ। ਨੈਵਲਿਨੀਆ ਜੋ ਵਾਈਫ ਆ ਉਹਦੀ ਅਲੈਕਸੀ ਦੀ, ਉਹਨੂੰ ਬਾਰ-ਬਾਰ ਅਕਿਊਜ਼ ਕੀਤਾ ਸੀ ਰਸ਼ੀਆ ਨੂੰ ਕਿ ਮੇਰੇ ਘਰ ਵਾਲੇ ਨੂੰ ਜੋ ਪੁਟਿਨ ਆ, ਉਹਦੀ ਸਰਕਾਰ ਆ, ਉਹਨਾਂ ਨੇ ਮਾਰਿਆ ਹੈਗਾ। ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਵੀ ਜਦੋਂ ਨੈਵਲਿਨ ਮਰਿਆ, ਉਹ ਤੋਂ ਪਹਿਲਾਂ ਸਾਡੀ ਗੱਲਬਾਤ ਚੱਲ ਰਹੀ ਸੀ ਵੀ ਉਹ ਪ੍ਰਿਜ਼ਨਰ ਐਕਸਚੇਂਜ ਸਵੈਪ ਹੋਊਗਾ, ਵੀ ਵੈਸਟ ਦੇ ਵਿੱਚ ਉਹਨੂੰ ਭੇਜ ਦਿੱਤਾ ਜਾਊਗਾ, ਜਿਹੜੇ ਵੈਸਟ ਵਾਲਿਆਂ ਨੇ ਕੁਛ ਸਾਡੇ ਬੰਦੇ ਆ ਉਹ ਛੱਡ ਦਿੱਤੇ ਜਾਣਗੇ। ਨੈਵਲਿਨੀਆ ਜੋ ਆ ਉਹਨੇ ਵੀਡੀਓ ਪਾਈ ਆ ਐਕਸ ਦੇ ਉੱਤੇ, ਜਿਹਦੇ ਵਿੱਚ ਉਹਨੇ ਕਿਹਾ ਵੀ ਬਾਇਓਲੋਜੀਕਲ ਮਟੀਰੀਅਲ ਜਿਹੜਾ ਸਮਗਲ ਕੀਤਾ ਗਿਆ ਸੀ ਹੋਰ ਕਿਸੇ ਮੁਲਕ ਤੋਂ, ਤੇ ਉਹ ਉਸ ਨੂੰ ਦਿੱਤਾ ਗਿਆ। ਤੇ 2024 ਦੇ ਵਿੱਚ ਜਦੋਂ ਹੁਣ ਲੈਬਸ ਨੂੰ ਉਹ ਰਿਜ਼ਲਟ ਭੇਜੇ ਗਏ ਸੀ 2 ਡਿਫਰੈਂਟ ਕੰਟਰੀਜ਼ ਦੇ ਵਿੱਚ, 2 ਲੈਬਸ ਨੂੰ, ਤੇ ਉਹਨਾਂ ਦਾ ਰਿਜ਼ਲਟ ਸੇਮ ਆਇਆ ਹੈਗਾ ਵੀ ਉਸ ਨੂੰ ਜ਼ਹਿਰ ਦੇ ਕੇ ਜਿਹੜਾ ਮਾਰਿਆ ਗਿਆ ਹੈਗਾ ਆ। ਤੇ ਉਹਨੇ ਡਿਮਾਂਡ ਕੀਤੀ ਆ ਵੀ ਜਿਹੜੀਆਂ ਲੈਬੋਰਟਰੀਜ਼ ਆ ਉਹਨਾਂ ਨੂੰ ਇਹ ਜਿਹੜੀਆਂ ਫਾਈਂਡਿੰਗਸ ਹੈਗੀਆਂ ਉਹ ਰਿਲੀਜ਼ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਆ, ਤਾਂ ਕਿ ਜਿਹੜਾ ਲੋਕਾਂ ਨੂੰ ਦੁਨੀਆ ਦੇ ਵਿੱਚ ਸੱਚ ਪਤਾ ਲੱਗ ਸਕੇ ਵੀ ਰਸ਼ੀਆ ਵਾਲੇ ਕੀ ਕਰਦੇ ਹੈਗੇ ਆ। ਜਦੋਂ ਇਸ ਸੰਬੰਧ ਦੇ ਵਿੱਚ ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਨੂੰ ਪੁੱਛਿਆ ਗਿਆ, ਉਹ ਕਹਿੰਦਾ ਵੀ ਮੈਂ ਤਾਂ ਹਜੇ ਤੱਕ ਇਹਦੇ ਬਾਰੇ ਮੈਨੂੰ ਪਤਾ ਨਹੀਂ, ਨਾ ਹੀ ਪਤਾ ਆ ਉਸ ਦੀ ਵਾਈਫ ਨੇ ਜੋ ਸਟੇਟਮੈਂਟ ਦਿੱਤੀ ਹੈਗੀ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ ਹੈਗਾ। ਸੋ ਰਸ਼ੀਆ ਦਾ ਬਹੁਤ ਹੀ ਪੋਪੂਲਰ ਲੀਡਰ ਉੱਥੇ ਦੀ ਸਰਕਾਰ ਨੇ ਜ਼ਹਿਰ ਦੇ ਕੇ ਮਾਰਿਆ। ਜੀ, ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਵਾਪਸ ਮੁੜਾਂਗੇ ਤੇ ਖਬਰਾਂ ਦਾ ਸਿਲਸਿਲਾ ਇਤਨਾ ਹੀ ਜਾਰੀ ਰਹੇਗਾ।
ब्रेक तो बाद एक करी फिर आप सबका स्वागत है प्रोग्राम अपडेट अमेरिका हरजोत सिंह जी स्वागत है सत श्री अकाल ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀਨ ਨੋਏਮ ਆ, ਉਹ ਜੋ ਅੱਜ ਕੱਲ੍ਹ ਸ਼ਿਕਾਗੋ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਆਪਰੇਸ਼ਨ ਚੱਲ ਰਿਹਾ ਆ, ਉੱਥੇ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਹੈਗੇ ਆ। ਆਪਰੇਸ਼ਨ ਮਿਡਵੇ ਬਲਿਜ਼ ਕਰਕੇ ਜਿਸ ਦਾ ਨਾਮ ਦਿੱਤਾ ਗਿਆ ਹੈ, ਜਿਹਦੇ ਨਾਲ ਕਹਿੰਦੇ ਵੀ 5 ਇਲੀਗਲ ਏਲੀਅਨਸ ਜਿਨ੍ਹਾਂ ਦੇ ਕੋਲ ਆਲਰੇਡੀ DUI ਜਾਂ ਚਾਈਲਡ ਪੈਸੰਜਰ ਸੀ, ਤੇ ਵਿਦਆਊਟ ਸੀਟ ਬੈਲਟ ਹੋਰ ਜਿਹੜੇ ਕਨਵਿਕਟ ਹੋਏ ਸੀ ਵੱਖ-ਵੱਖ ਵਾਇਲੈਂਟ ਅਸੌਲਟਸ ਦੇ ਵਿੱਚ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਡੋਮੈਸਟਿਕ ਵਾਇਲੈਂਸ ਵਾਲੇ, ਹਰਾਸਮੈਂਟ ਵਾਲੇ, ਫੈਲਨੀ ਸਟਾਕਿੰਗ, ਅਬਸਟਰਕਸ਼ਨ ਵਾਲੇ। ਸੋ ਉਸ ਸੰਬੰਧ ਦੇ ਵਿੱਚ ਜੋ ਕ੍ਰਿਸਟੀ ਨੋਏਮ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਇੱਕ ਬਿਲਕੁਲ ਕਲੀਅਰ ਆ, ਜੇ ਪੋਲੀਟੀਸ਼ੀਅਨਸ ਸੇਫਟੀ ਨੂੰ ਜਿਹੜੀ ਆ ਫਸਟ ਪੁੱਟ ਨਹੀਂ ਕਰਦੇ ਹੈਗੇ, ਤਾਂ ਸਾਡਾ ਐਡਮਿਨਿਸਟ੍ਰੇਸ਼ਨ ਆ ਉਹ ਇਸ ਨੂੰ ਪੁੱਟ ਕਰੂਗਾ। ਸੋ ਸ਼ਿਕਾਗੋ ਦੇ ਨਾਲ ਕਾਫੀ ਕਸ਼ਮਕਸ਼ ਚੱਲਦੀ ਹੈਗੀ ਟਰੰਪ ਐਡਮਿਨਿਸਟ੍ਰੇਸ਼ਨ ਦੀ, ਜਿੱਦਾਂ ਕੈਲੀਫੋਰਨੀਆ ਵਾਲਿਆਂ ਨਾਲ ਚੱਲਦੀ ਹੈਗੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਆਈਸ ਵਾਲੇ ਉੱਥੇ ਪਹੁੰਚੇ ਹੋਏ ਹੈਗੇ ਆ, ਧੜਾ ਧੜ ਬੰਦੇ ਅਰੈਸਟ ਕਰ ਰਹੇ ਆ, ਜਿਨ੍ਹਾਂ ਦੇ ਵਿੱਚ ਇੱਕ ਕਾਰਲੋਸ ਗੋਂਜ਼ਾਲਸ ਲਿਓਨ ਕਰਕੇ ਦੱਸਿਆ ਗਿਆ ਆ, ਵੀ ਹੁਣ ਕਿਸੇ ਦੇ ਸੱਟ ਮਾਰੀ ਸੀ, ਉਹਨੂੰ ਅਰੈਸਟ ਕੀਤਾ ਗਿਆ ਆ। ਹੋਜ਼ੇ ਰੋਦਰੀਗਸ ਇਲੀਗਲ ਏਲੀਅਨ ਮੈਕਸੀਕੋ ਤੋਂ ਸੀ, ਇਹ DUI ਦੇ ਵਿੱਚ ਅਰੈਸਟ ਹੋਇਆ ਸੀ, ਤੇ ਇਸ ਨੂੰ ਅਰੈਸਟ ਕੀਤਾ ਗਿਆ ਆ। ਓਆਨ ਐਡਜੁਆਰਡੋ ਮੋਰਾਲਸ ਡੋਮੈਸਟਿਕ ਵਾਇਲੈਂਸ, ਹਰਾਸਮੈਂਟ, ਫੈਲਨੀ ਸਟਾਕਿੰਗ, ਉਹਦੇ ਵਿੱਚ ਅਰੈਸਟ ਕੀਤਾ ਗਿਆ। ਵਿਕਟਰ ਪੈਂਟੋਜ਼ਾ, ਇਹ ਮੈਕਸੀਕੋ ਦਾ ਰਹਿਣ ਵਾਲਾ ਆ, ਇਸ ਨੂੰ ਅਰੈਸਟ ਕੀਤਾ ਗਿਆ। ਰੋਬਨ ਕੁਆਰਲਸ, ਇਹ ਵੈਨਜ਼ੂਏਲਾ ਦਾ ਰਹਿਣ ਵਾਲਾ, ਇਸ ਨੂੰ ਅਰੈਸਟ ਕੀਤਾ ਗਿਆ। ਮੇਨ ਇੱਕ ਉਹਨਾਂ ਦੀਆਂ ਫੋਟੋਆਂ ਲਾ ਕੇ ਜਿਹੜੀ ਸਟੋਰੀ ਰਨ ਕੀਤੀ ਹੈ, ਪਰ ਕਾਫੀ ਲੋਕ ਜਿਹੜੇ ਆ ਸ਼ਿਕਾਗੋ ਦੇ ਵਿੱਚ ਅਰੈਸਟ ਹੋ ਰਹੇ ਹੈਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇੰਗਲੈਂਡ 'ਚ ਕਾਫੀ ਜ਼ਿਆਦਾ ਰੌਲਾ ਪਿਆ ਜਦ ਇੱਕ ਪੰਜਾਬਣ ਸਿੱਖ ਮੂਲ ਦੀ ਜਿਹੜੀ ਕੁੜੀ ਦਾ ਉੱਥੇ ਬਲਾਤਕਾਰ ਹੋਇਆ, ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਾਰਵਾਈ ਨਾ ਬਹੁਤੀ ਉੱਥੇ ਹੋਈ ਤਾਂ ਲੋਕ ਸੜਕਾਂ ਤੇ ਵੀ ਜਿਹੜੇ ਉਹ ਉਤਰੇ। ਹੁਣ ਜਿਹੜੀ ਇਹ ਖਬਰ ਨਾਲ ਆ ਰਹੀ ਆ, ਅਪਡੇਟ ਉਸ ਦੇ ਵਿੱਚ ਆ ਰਹੀ ਹੈ, ਇੱਕ ਬੰਦੇ ਨੂੰ ਉਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਰੇਸ਼ਲੀ ਮੋਟੀਵੇਟਿਡ ਰੇਪ ਜਿਹੜਾ ਉਹ ਦੱਸਿਆ ਜਾ ਰਿਹਾ ਆ, ਵੀ ਨਸਲ ਦੇ ਆਧਾਰ ਦੇ ਉੱਤੇ ਉਸ ਬੀਬੀ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਬਲਾਤਕਾਰ ਕੀਤਾ ਗਿਆ। 20s ਦੇ ਵਿੱਚ ਸੀਗੀ ਉਹ ਕੁੜੀ, ਜਿਸ ਨੂੰ 2 ਬੰਦਿਆਂ ਦੇ ਦੁਆਰਾ ਅਟੈਕ ਕੀਤਾ ਗਿਆ। ਟਿਊਜ਼ਡੇ ਦੀ ਮਾਰਨਿੰਗ ਦੀ ਜਿਹੜੀ ਇਹ ਗੱਲ ਆ, ਓਲਡਬਰੀ ਦੇ ਵਿੱਚ, ਇਹ ਵੈਸਟ ਮਿਡਲੈਂਡਸ ਦੀ ਰਹਿਣ ਵਾਲੀ ਜਿਹੜੀ ਉਹ ਲੜਕੀ ਸੀ। ਹੁਣ ਉੱਥੋਂ ਦੀ ਜਿਹੜੀ ਹੋਮ ਸਕੱਤਰ ਤੇ ਬਰਮਿੰਘਮ ਦੀ ਲੇਡੀਵੁੱਡ MP ਜਿਹੜੀ ਸ਼ਬਾਨਾ ਮਹਿਮੂਦ, ਉਸਨੇ ਇਹ ਕਿਹਾ ਆ ਵੀ ਇਨਫੋਰਮੇਸ਼ਨ ਜਿਹਦੇ ਕੋਲ ਵੀ ਇਸ ਹਮਲੇ ਦੇ ਬਾਰੇ, ਇਸ ਕਾਂਡ ਦੇ ਬਾਰੇ ਹੈ, ਤਾਂ ਉਹ ਆ ਕੇ ਪੁਲਿਸ ਦੇ ਨਾਲ ਗੱਲ ਕਰੇ। ਗੁਰਿੰਦਰ ਸਿੰਘ ਜਿਹੜੇ MP ਨੇ ਸਮੈਥਵਿਕ ਤੋਂ, ਉਹਨਾਂ ਨੇ ਸਵਾਲ ਪੁੱਛਿਆ ਸੀਗਾ ਪਾਰਲੀਮੈਂਟ ਦੇ ਵਿੱਚ ਵੀ ਇਹ ਜਿਹੜਾ ਸੈਕਸ਼ੂਅਲ ਅਸੌਲਟ ਜੋ ਕਿ ਰੇਸ ਦੇ ਆਧਾਰ ਦੇ ਉੱਤੇ, ਨਸਲ ਦੇ ਆਧਾਰ ਦੇ ਉੱਤੇ ਜਿਹੜਾ ਇਹ ਬਲਾਤਕਾਰ ਹੋਇਆ ਆ, ਇਹ ਐਬਸੋਲੂਟਲੀ ਅਪੋਲਿੰਗ ਆ, ਤੇ ਸਰਕਾਰ ਇਸ ਦੇ ਬਾਬਤ ਕੀ ਕਰ ਰਹੀ ਹੈਗੀ ਆ। ਉੱਥੋਂ ਦੇ ਜਿਹੜੇ ਕਿਮ ਮੈਡਲ ਹੈਗੇ ਨੇ, ਉਹਨਾਂ ਨੇ ਦੱਸਿਆ ਵੀ ਇੱਕ ਅਰੈਸਟ ਇਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਕੀਤੀ ਗਈ ਆ, ਤੇ ਧੰਨਵਾਦ ਕੀਤਾ ਹੈ ਉਹਨਾਂ ਨੇ ਕਮਿਊਨਿਟੀ ਦਾ ਇਸ ਦੇ ਵਿੱਚ ਸਪੋਰਟ ਦੇਣ ਦੇ ਲਈ। ਬੜੀ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ, ਵੀ ਜਦ ਇਦਾਂ ਦਾ ਉੱਥੇ ਇਹ ਕਾਂਡ ਵਾਪਰਿਆ ਤਾਂ ਲੋਕਾਂ ਨੂੰ ਸੜਕਾਂ ਤੇ ਉਤਰ ਕੇ ਇਨਸਾਫ ਲੈਣ ਦੇ ਲਈ ਜਿਹੜਾ ਉਹ ਅੱਗੇ ਕਰਨਾ ਪਿਆ। ਜਿਹੜੀ ਸਿੱਖ ਫੈਡਰੇਸ਼ਨ UK ਆ, ਉਹਨਾਂ ਨੇ ਜਿਹੜੀ ਆ ਉਹ ਪਬਲਿਕ ਸਟੇਟਮੈਂਟ ਜਾਰੀ ਜਿਹੜੀ ਉਹ ਕੀਤੀ ਪੀੜਤ ਦੇ ਵੱਲੋਂ। ਪੀੜਤ ਦਾ ਨਾਮ ਜਿਹੜਾ ਉਹ ਗੁਪਤ ਰੱਖਦੇ ਹੋਏ ਉਹ ਕਹਿੰਦੇ ਵੀ ਉਸ ਨੂੰ ਇਸ ਗੱਲ ਦਾ ਹੰਬਲਨੈਸ ਆ, ਵੀ ਉਹ ਇਸ ਗੱਲ ਦੀ ਖੁਸ਼ੀ ਆ ਵੀ ਕਮਿਊਨਿਟੀ ਨੇ, ਜਿਹੜੀ ਭਾਈਚਾਰੇ ਨੇ, ਉਸ ਦੀ ਇਸ ਦੇ ਵਿੱਚ ਸਪੋਰਟ ਕੀਤੀ ਹੈ, ਤੇ ਉਸ ਨੂੰ ਜਿਹੜਾ ਪਿਆਰ ਬਖਸ਼ਿਆ ਜਿਹੜਾ ਉਹ ਹੈਗਾ ਆ। ਸੋ ਉਹਨੇ ਇਹ ਕਿਹਾ ਵੀ ਜਿਹੜੀ ਮੇਰੀ ਕਮਿਊਨਿਟੀ ਹੈ, ਜਿਹੜਾ ਮੇਰਾ ਭਾਈਚਾਰਾ, ਉਹ ਇਸ ਟਾਈਮ ਮੇਰੇ ਲਈ ਚਟਾਨ ਦੇ ਵਾਂਗ
ਨਾਲ ਜਿਹੜਾ ਉਹ ਖੜਾ ਆ, ਉੱਦਾਂ ਹੀ ਜਿੱਦਾਂ ਮੇਰਾ ਪਰਿਵਾਰ ਇਸ ਟਾਈਮ ਨਾਲ ਖੜਾ ਆ। ਵੈਸਟ ਮਿਡਲੈਂਡ ਦੀ ਜਿਹੜੀ ਪੁਲਿਸ ਆ, ਉਹਨਾਂ ਨੇ ਕਿਹਾ ਵੀ 2 ਜਾਣਿਆਂ ਦੀ ਉਹ ਭਾਲ ਦੇ ਵਿੱਚ ਆ, ਤੇ ਜਾਂ ਉਸ ਬੰਦੇ ਦੇ ਨਾਲ ਉਹ ਗੱਲ ਕਰਨ ਦੇ ਲਈ ਰੈਡੀ ਨੇ ਜਾਂ ਗੱਲ ਕਰਨਾ ਚਾਹੁੰਦੇ ਨੇ, ਤਾਂ ਜੋ ਇਸ ਦੇ ਬਾਰੇ, ਇਸ ਕਾਂਡ ਦੇ ਬਾਰੇ ਜਿਹੜਾ ਉਹ ਹੋਰ ਪਤਾ ਜਿਹੜਾ ਉਹ ਲੱਗ ਸਕੇ। ਸੋ ਜਿਹੜੇ ਫੋਰਸ ਦੇ ਵੱਲੋਂ ਸਪੋਕਸਪਰਸਨ ਸੀ, ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਇਹ ਹਮਲਾ ਕੀਤਾ ਇਸ ਲੜਕੀ ਦੇ ਉੱਤੇ, ਉਸ ਹਮਲੇ ਦੇ ਦੌਰਾਨ ਰੇਸਿਸਟ ਰਿਮਾਰਕ ਵੀ ਜਿਹੜੇ ਆ ਉਹ ਬੋਲੇ ਜਾ ਰਹੇ ਸੀ। ਇਹ ਹਰਜੋਤ ਸਿੰਘ ਜੀ, ਉਸ ਟਾਈਮ ਦੇ ਉੱਤੇ ਰੇਸ਼ਲੀ ਮੋਟੀਵੇਟਡ ਅਟੈਕ ਤੇ ਰੇਪ ਦੀ ਗੱਲ ਸਾਹਮਣੇ ਆਈ ਆ, ਜਦ ਥੋੜੇ ਦਿਨ ਪਹਿਲਾਂ ਹੀ ਯੂਕੇ ਦੇ ਵਿੱਚ ਇੱਕ ਐਂਟੀ ਇਮੀਗ੍ਰੈਂਟ ਰੈਲੀ ਜਾਂ ਐਂਟੀ ਇਮੀਗ੍ਰੈਂਟ ਪ੍ਰੋਟੈਸਟ, ਜਿਸ ਦੇ ਵਿੱਚ ਲੱਖਾਂ ਹੀ ਲੋਕਾਂ ਨੇ ਭਾਗ ਲਿਆ ਸੀ, ਉੱਥੋਂ ਦਿਆਂ ਨੇ ਉਹ ਸਾਹਮਣੇ ਜਿਹੜਾ ਉਹ ਆਇਆ ਸੀ। ਮੈਂ ਦੇਖ ਰਿਹਾ ਸੀ ਉੱਥੋਂ ਦੀਆਂ ਜਿਹੜੀਆਂ ਵੀਡੀਓ ਆ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਉਹ ਕ੍ਰਾਸ ਜਾਂ ਅਮਰੀਕਾ ਦੇ ਜਿਹੜੇ ਇੰਗਲੈਂਡ ਦੇ ਪੁਰਾਣੇ ਜਿਹੜੇ ਝੰਡੇ ਆ ਉਹ ਲਾ ਰਹੇ ਸੀ। ਹੁਣ ਇਹੀ ਚੀਜ਼ ਹਰਜੋਤ ਸਿੰਘ ਜੀ, ਤੁਸੀਂ ਮੰਨ ਲਓ ਵੀ ਇਮੀਗ੍ਰੈਂਟ ਜੇ ਕੋਈ ਕਰਦਾ ਆ, ਉਹ ਆਪਣਾ ਧਾਰਮਿਕ ਚਿੰਨ੍ਹ ਕਿਸੇ ਸਮਾਰਕ ਦੇ ਉੱਤੇ ਜਾਂ ਕਿਸੇ ਸਰਕਾਰੀ ਜਗ੍ਹਾ ਦੇ ਉੱਤੇ ਲਾਉਂਦਾ, ਤੇ ਫਿਰ ਉੱਥੇ ਉਹਨਾਂ ਨੇ ਕੀ ਕਹਿਣਾ ਆ, ਸਭ ਨੂੰ ਹੀ ਪਤਾ ਆ ਵੀ ਉਸ ਦੇ ਵਿੱਚ ਕੀ ਜਿਹੜਾ ਉਹ ਮਾਪਦੰਡ ਜਿਹੜਾ ਉਹ ਵਰਤਿਆ ਜਾਂਦਾ ਹੈਗਾ। ਸੋ ਹਾਲਾਤ ਕਾਫੀ ਜ਼ਿਆਦਾ ਜਿਹੜੇ ਉੱਥੇ ਬਦਲ ਰਹੇ ਨੇ, ਤੇ ਇਸ ਰੇਸ਼ਲੀ ਮੋਟੀਵੇਟਡ ਅਟੈਕ ਤੇ ਰੇਪ ਨੇ ਕਹਿ ਸਕਦੇ ਹਾਂ ਵੀ ਜੋ ਚੱਲ ਰਿਹਾ ਹੈ ਬਲਦੀ ਦੇ ਵਿੱਚ ਤੇਲ ਵਾਲਾ ਕੰਮ ਕਰ ਰਿਹਾ ਆ। ਤੇ ਆਪਾਂ ਉਮੀਦ ਕਰਦੇ ਹਾਂ ਵੀ ਉਹ ਹਮਲਾਵਰ, ਉਹ ਘਿਨਾਉਣਾ ਕੰਮ ਕਰਨ ਵਾਲੇ ਜਲਦ ਤੋਂ ਜਲਦ ਪੁਲਿਸ ਦੇ ਅੜਿੱਕੇ ਚੜ੍ਹਨ, ਤੇ ਪੁਲਿਸ ਉਸ ਨੂੰ ਮੈਕਸੀਮਮ ਜਿਹੜੀ ਸਜ਼ਾ ਬਣਦੀ ਆ ਉਹ ਉਸ ਨੂੰ ਮਿਲੇ, ਤੇ ਇਨਸਾਫ ਮਿਲੇ ਉਸ ਪੀੜਤ ਕੁੜੀ ਨੂੰ। ਅਗਲੀ ਖਬਰ ਵੱਲ ਚਲੀਏ। ਟਰੰਪ ਐਡਮਿਨਿਸਟ੍ਰੇਸ਼ਨ, ਖਾਸ ਕਰਕੇ ਪੈਂਟਾਗਨ, ਇਹ ਕਹਿ ਰਿਹਾ ਵੀ ਹੁਣ ਜਿਹੜੇ ਟਰੂਪਸ ਆ ਉਹ ਆਪਣੇ ਵਾਲ ਜਿਹੜੇ ਆ ਉਹ ਨਹੀਂ ਰੱਖ ਸਕਣਗੇ, ਫੇਸ਼ੀਅਲ ਹੇਅਰ ਉਹ ਨਹੀਂ ਰੱਖ ਸਕਣਗੇ। 1 ਸਾਲ ਦਾ ਸਮਾਂ ਦਿੱਤਾ ਗਿਆ ਆ ਡਿਫੈਂਸ ਸੈਕਟਰੀ ਪੀਟ ਹੈਗਸਥ ਵੱਲੋਂ। ਉਹਨਾਂ ਨੇ ਇਹ ਕਿਹਾ ਆ ਵੀ ਪਹਿਲਾਂ ਜਿਹੜੇ ਕੁਝ ਸਰਵਿਸ ਮੈਂਬਰਸ ਆ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਂਦਾ ਸੀ ਸ਼ੇਵ ਕਰਨ ਤੋਂ, ਜੋ ਕਿ ਕਾਫੀ ਦਹਾਕਿਆਂ ਤੋਂ ਇਹ ਗੱਲਬਾਤ ਚੱਲ ਰਹੀ ਸੀਗੀ। ਪਰ ਹੁਣ 1 ਅਗਸਤ 20 ਨੂੰ ਮੈਮੋ ਜਿਹੜਾ ਆਇਆ ਹੈਗਾ, ਜਿਹੜਾ ਪਬਲਿਕ ਕੀਤਾ ਗਿਆ, ਜਿਹਦੇ ਵਿੱਚ ਜੋ ਟਰੂਪਸ ਆ ਉਹਨਾਂ ਨੂੰ ਇਹ ਕਿਹਾ ਗਿਆ 1 ਸਾਲ ਤੱਕ ਦਾ ਸਮਾਂ ਜਾਂ ਤਾਂ ਤੁਸੀਂ ਸ਼ੇਵ ਕਰੋਗੇ ਜਾਂ ਫਿਰ ਤੁਸੀਂ ਜਿਹੜੀ ਜੌਬ ਆ ਉਹ ਛੱਡ ਦੋਗੇ। ਸੋ ਇਹਦੇ ਵਿੱਚ ਜਿਹੜੇ ਸਿੱਖ ਆ ਹੁਣ ਉਹ ਮਿਲਟਰੀ ਦੇ ਵਿੱਚ ਉਹਨਾਂ ਦੀ ਜਿਹੜੀ ਪੋਜੀਸ਼ਨ ਕੀ ਹੋਊਗੀ, ਇਹਦੇ ਬਾਰੇ ਸਾਰੇ ਚੁੱਪ ਆ। ਕੋਈ ਵੀ ਮੈਂ ਦੇਖਿਆ ਸਿੱਖ ਆਰਗੇਨਾਈਜੇਸ਼ਨ ਜਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਪਾਰਟੀ ਦੇ ਬਹੁਤ ਸਪੋਰਟਰ ਹੈਗੇ ਆ, ਫੇਸਬੁੱਕ ਤੇ ਵੀ ਬਹੁਤ ਹਮੇਸ਼ਾ ਹੀ ਜਿਹੜੇ ਗਰਮ ਰਹਿੰਦੇ ਹੈਗੇ ਆ, ਉਹਨਾਂ ਦੇ ਕੋਈ ਇਸ ਜੋ ਮੈਮੋ ਆ ਉਹਦੇ ਬਾਰੇ ਕਿਸੇ ਤਰ੍ਹਾਂ ਦੀ ਸਟੇਟਮੈਂਟ ਨਹੀਂ ਆਈ, ਕਿਉਂਕਿ ਕਾਫੀ ਆਪਣੇ ਜਿਹੜੇ ਸਿੱਖ ਬੱਚੇ ਆ ਉਹ ਮਿਲਟਰੀ ਦੇ ਵਿੱਚ ਜਾ ਰਹੇ ਆ। ਪਰ ਉਹਨਾਂ ਦੇ ਉੱਤੇ ਇਸ ਮੈਮੋ ਦਾ ਕੀ ਅਸਰ ਹੋਊਗਾ, ਇਹਦੇ ਬਾਰੇ ਕੋਈ ਖਬਰ ਨਹੀਂ ਦੇ ਰਿਹਾ ਹੈਗਾ। ਸੋ ਕਹਿੰਦੇ ਭਈ ਗਰੂਮਿੰਗ ਸਟੈਂਡਰਡ ਅਪਡੇਟ ਜਿਹੜੀ ਆ ਇਹ ਕੀਤੀ ਗਈ ਹਰਜੋਤ ਸਿੰਘ ਹੈਗੀ ਜੀ, ਆ। ਉਹਦੇ ਕਲੀਅਰ ਕਰਤਾ ਟਰੰਪ ਪ੍ਰਸ਼ਾਸਨ ਨੇ ਵੀ ਤੁਸੀਂ ਨਹੀਂ ਰੱਖ ਸਕਦੇ, ਜਿਹੜੀਆਂ ਐਗਜ਼ੈਂਪਸ਼ਨ ਮਿਲਦੀਆਂ ਸੀ ਉਹ ਨਹੀਂ ਮਿਲਣਗੀਆਂ। ਸੋ ਧਾਰਮਿਕ ਤੌਰ ਦੇ ਉੱਤੇ ਜਿਹੜੀ ਤੁਹਾਨੂੰ ਦਾੜੀ ਰੱਖਣ ਦੀ, ਹੁਣ ਪੱਗ ਦੇ ਮਾਮਲੇ 'ਚ ਪਤਾ ਨਹੀਂ ਆ, ਸਿਰ ਦੇ ਵਾਲਾਂ ਦੇ ਬਾਰੇ ਪਤਾ ਨਹੀਂ ਆ, ਜੇ ਗਰੂਮਿੰਗ ਦੀ ਉਹਨਾਂ ਨੇ ਪੂਰੀ ਕੀਤੀ ਤੇ ਫਿਰ ਸਾਰਾ ਕੁਛ ਹੀ ਇਸ ਦੇ ਵਿੱਚ ਹੋਊਗਾ। ਸੋ ਜਿਹੜੇ ਸਿੱਖ ਫੌਜੀ ਉੱਥੇ ਕੰਮ ਕਰਦੇ ਆ, ਉਹਨਾਂ ਨੂੰ ਹੁਣ ਦੇਖਣਾ ਪੈਣਾ ਆ ਵੀ ਅੱਗੇ ਕੀ ਬਣਨਾ ਆ। ਜਿੱਥੇ ਆਪਾਂ ਸਾਰੇ ਜਾਣੇ ਚੌੜੇ ਹੋ ਕੇ ਦੱਸਦੇ ਸੀ, ਦੇਖੋ ਜੀ ਅਮਰੀਕਾ ਦੀ ਫੌਜ ਦੇ ਵਿੱਚ ਹੁਣ ਇਹ ਸਾਰਾ ਕੁਛ ਏਦਾਂ ਹੁੰਦਾ ਸੀਗਾ, ਪ੍ਰਸ਼ਾਸਨ ਬਦਲਣ ਦੇ ਨਾਲ ਉਹ ਵੀ ਚੀਜ਼ ਜਿਹੜੀ ਉਹ ਨਾਲ ਦੇ ਨਾਲ ਬਦਲੀ ਆ। ਇਹ ਇਹਨਾਂ ਦੇ ਜਿਹੜੇ ਗਰੂਮਿੰਗ ਸਟੈਂਡਰਡਸ ਆ ਉਸ ਦੇ ਵਿੱਚ, ਅਨਲੈਸ ਹੁਣ ਤੋਂ ਲੈ ਕੇ ਅੱਗੇ ਤੱਕ ਕੋਈ ਨਵੀਂ ਐਗਜ਼ੈਂਪਸ਼ਨ ਜਿਹੜੀ ਇਸ ਦੇ ਵਿੱਚ ਐਡ ਨਹੀਂ ਕਰ ਦਿੱਤੀ ਜਾਂਦੀ। ਜੇ ਅੰਦਰ ਖਾਤੇ ਗੱਲ ਚੱਲ ਰਹੀ ਹੈ ਤਾਂ ਬਹੁਤ ਚੰਗੀ ਗੱਲ ਆ, ਤੇ ਜੇ ਅਜੇ ਵੇਸਲੇ ਸੀਗੇ ਤੇ ਹੁਣ ਮੌਕਾ ਆ ਭਾਈ, ਤੁਹਾਨੂੰ ਪਤਾ ਲੱਗ ਗਿਆ। ਇਹ ਗਰੂਮਿੰਗ ਸਟੈਂਡਰਡਸ ਜਿਹੜੇ ਉਹ ਚੇਂਜ ਹੋਏ ਆ, ਜਿੱਥੇ ਦਸਤਾਰਧਾਰੀ ਜਾਂ ਜਿਹੜੇ ਸਿੱਖ ਆ ਜਿਹੜੇ ਦਾੜੀ ਰੱਖਦੇ ਆ, ਈਵਨ ਕੱਟ ਕੇ ਵੀ ਰੱਖਦੇ ਹੋਣਗੇ ਜਿਹੜੇ, ਉਹ ਵੀ ਜਿਹੜੀ ਉਹ ਨਹੀਂ ਅਲਾਓ ਇਸ ਹਿਸਾਬ ਦੇ ਨਾਲ। ਕਈ ਮੁਸਲਮਾਨ ਵੀ ਆ ਨਾ ਉਹ ਰੱਖਦੇ ਹੈਗੇ। ਹਾਂਜੀ। ਸੋ ਇਸ ਮੈਮੋ ਦੇ ਵਿੱਚ ਇਹ ਕਿਹਾ ਵੀ ਬਿਲਕੁਲ ਕਲੀਅਰ ਪਾਲਿਸੀ ਹੈਗੀ ਆ, ਗਰੂਮਿੰਗ ਸਟੈਂਡਰਡਸ ਸੈਟ ਬਾਈ ਦਾ ਯੂਐਸ ਮਿਲਟਰੀ ਇਜ਼ ਟੂ ਬੀ ਕਲੀਨ ਸ਼ੇਵਨ ਐਂਡ ਨੀਟ ਇਨ ਪ੍ਰੈਜੈਂਟੇਸ਼ਨ। ਲਓ ਜੀ। ਸੋ ਹੁਣ ਬਹੁਤ ਵਾਰ ਕੀ ਹੁੰਦਾ ਵੀ ਸਾਡੇ ਤੇ ਬਲੇਮ ਕਰ ਦਿੰਦੇ, ਦੇਖੋ ਜੀ ਤੁਸੀਂ ਨਹੀਂ ਦੱਸਿਆ ਸਾਨੂੰ। ਹੁਣ ਪੰਜਾਬੀ ਰੇਡੀਓ ਯੂਐਸਏ ਨੇ ਤੁਹਾਨੂੰ ਕਲੀਅਰਲੀ ਦੱਸ ਦਿੱਤਾ ਹੈ, ਆਹ ਨਵੀਂ ਪਾਲਿਸੀ ਆਈ ਹੈਗੀ ਆ, ਜੋ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਹੋਊਗੀ, ਖਾਸ ਕਰਕੇ ਸਿੱਖ ਬੱਚਿਆਂ ਨੂੰ ਜੋ ਮਿਲਟਰੀ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ। ਸੋ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਹੁਣ ਐਕਟ ਕਰਨਾ ਚਾਹੀਦਾ, ਤੇ ਜਿਹੜੇ ਸਪੋਰਟਰਸ ਆ ਉਹਨਾਂ ਨੂੰ ਵੀ ਜਿਹੜਾ ਐਕਟ ਕਰਨਾ ਚਾਹੀਦਾ, ਤਾਂ ਕਿ
ਇਹ ਅੜਿੱਕਾ ਨਾ ਬਣੇ। ਜੀ 에ਅਰ ਬਿਲਕੁਲ। ਫੋਰਸ ਨੇ ਵੀ 1 ਜਨਵਰੀ ਮਹੀਨੇ ਦੇ ਵਿੱਚ ਪਾਲਿਸੀ ਲਾਗੂ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਨੇਲ ਪਾਲਿਸ਼ ਹੈਗੇ ਆ, ਜਿਹੜੇ ਬੱਚੀਆਂ ਦੇ ਹੁੰਦੇ ਹੈਗੇ ਆ, ਉਹ 3 ਤਰ੍ਹਾਂ ਦੇ ਹੀ ਯੂਜ਼ ਕਰ ਸਕਦੇ ਆ, ਜਿਨ੍ਹਾਂ 'ਚ ਕਲੀਅਰ ਹੋਣਾ ਚਾਹੀਦਾ ਹੈ, ਕੋਈ ਕਲਰ ਵਾਲਾ ਨਹੀਂ ਹੋਣਾ ਚਾਹੀਦਾ। ਇਹ ਤੋਂ ਪਹਿਲਾਂ ਕਈ ਕਲਰ ਵਾਲੇ ਨੇਲ ਪਾਲਿਸ਼ ਵੀ ਯੂਜ਼ ਕਰਦੇ ਸੀ। ਜੀ ਬਿਲਕੁਲ। ਸੋ ਨਵੇਂ ਜਿਹੜੇ ਸਟੈਂਡਰਡਸ ਆ ਉਹ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਗਏ ਆ। ਸੋ ਹਰਜੋਤ ਸਿੰਘ ਜੀ ਵੀ ਇਹ ਵੀ ਹੋ ਸਕਦਾ ਹੈ ਜੇ ਨੀਟ ਐਂਡ ਕਲੀਨ ਵਾਲੀ ਜਿਹੜੀ ਇਹਨਾਂ ਨੇ ਗੱਲ ਆਖੀ ਆ ਯੂਨੀਫਾਰਮ ਦੀ, ਤੇ ਉਹ ਜਿਹੜਾ ਨਵਾਂ ਡਾਇਰੈਕਟਿਵ ਆ, ਇਹ ਵੀ ਨਹੀਂ ਪਤਾ ਵੀ ਹੁਣ ਫਿਰ ਅੱਗੇ ਪੱਗ ਵੀ ਇਹ ਅਲਾਓ ਕਰਨਗੇ ਜਾਂ ਇਸ ਦੇ ਵਿੱਚ ਨਹੀਂ ਕਰਨਗੇ। ਸੋ ਹੋਪਫੁਲੀ ਜਿਹੜਾ ਭਾਈ ਇਸ ਨੂੰ ਜਿਹੜਾ ਉਹ ਦੇਖ ਜਿਹੜਾ ਉਹ ਲਾਓ। ਸੋ ਮੇਲ ਸੋਲਜਰਸ ਦੇ ਲਈ ਹੇਅਰ ਦਾ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਮੈਕਸਿਮਮ 2 ਇੰਚ ਜਿਹੜੇ ਔਨ ਟਾਪ ਜਿਹੜੇ ਹੋ ਸਕਦੇ, ਤੇ ਸਾਈਡਾਂ ਤੇ ਜਿਹੜੀ ਉਹ 1 ਜਿਹੜੀ ਉਹ ਇੰਚ। ਸੋ ਈਅਰਿੰਗਸ ਵਗੈਰਾ ਹੋਰ ਸਾਰਾ ਕੁਝ ਜਿਹੜੇ ਕਹਿੰਦੇ ਵੀ ਉਹ ਨਹੀਂ ਅਲਾਉਡ ਹੈਗੇ ਬੰਦਿਆਂ ਨੂੰ ਜਿਹੜਾ ਉਹ ਲੈ ਕੇ। ਇਹਦੇ ਵਿੱਚ ਉਹਨਾਂ ਨੇ ਕੁਛ ਨਹੀਂ ਦੱਸਿਆ ਇਸ ਦੇ ਵਿੱਚ ਵੀ ਸਿਰ ਦੇ ਉੱਤੇ ਤੁਸੀਂ ਜਿੱਦਾਂ ਟੋਪੀ ਜਾਂ ਟਰਬਨ ਜਾਂ ਕੋਈ ਇੱਦਾਂ ਦਾ ਆਪਣਾ ਧਾਰਮਿਕ ਚਿੰਨ੍ਹ ਆ ਉਹ ਤੁਸੀਂ ਪਾ ਸਕਦੇ ਆ, ਬੰਨ੍ਹ ਸਕਦੇ ਆ ਜਾਂ ਨਹੀਂ ਜਿਹੜੇ ਉਹ ਬਣ ਸਕਦੇ ਹੈਗੇ। ਸੋ ਇਹ ਨਵਾਂ ਜਿਹੜਾ ਆਰਮੀ ਦੀ ਜਿਹੜੀ ਪਾਲਿਸੀ ਅਪਡੇਟ ਆ ਗਰੂਮਿੰਗ ਐਂਡ ਅਪੀਅਰੈਂਸ ਦੀ, ਉਹ ਇਸ ਟਾਈਮ ਜਿਹੜੀ ਉਹ ਸਾਹਮਣੇ ਆ। ਸੋ ਮੈਂ ਇੱਦਾਂ ਕਰਦਾ ਹਰਜੋਤ ਸਿੰਘ ਜੀ, ਉਹ ਜਿਹੜਾ ਮੈਮੋ ਸੀਗਾ ਉਹ ਆਪਾਂ ਆਪਣੇ ਨਾਲ ਜਿਹੜੇ ਇਸ ਟਾਈਮ ਦਰਸ਼ਕ ਦੇਖ ਰਹੇ ਆ ਉਹਨਾਂ ਦੇ ਸਾਹਮਣੇ ਆਪਾਂ ਪੇਸ਼ ਵੀ ਕਰ ਦਿੰਦੇ ਆ, ਦੇਖ ਵੀ ਲੈਂਦੇ ਆ, ਦਿਖਾ ਵੀ ਦਿੰਦੇ ਆ ਵੀ ਸੋ ਇਹ ਜਿਹੜੇ ਚੇਂਜਸ ਆ ਕੁਛ ਇਸ ਟਾਈਮ ਸਾਹਮਣੇ ਜਿਹੜੇ ਉਹ ਲਿਆਂਦੇ ਗਏ ਹੈਗੇ ਆ। ਜੀ ਜੀ ਅਗਲੀ ਖਬਰ ਜਿਹੜੀ ਆ SV 509 ਨੂੰ ਲੈ ਕੇ ਆ। ਆਪਾਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ, ਪਿਛਲੇ ਲਗਭਗ ਮਹੀਨੇ ਤੋਂ ਲੱਗੇ ਹੋਏ ਆ ਵੀ ਭਾਈ ਜਿਹੜਾ SV 509 ਬਿੱਲ ਹੈਗਾ ਆ ਉਹ ਅਸੈਂਬਲੀ ਚੋਂ ਵੀ ਯੂਨੈਨਿਮਸਲੀ ਪਾਸ ਹੋ ਚੁੱਕਾ ਆ, ਸੈਨੇਟ ਚੋਂ ਵੀ ਹੋ ਚੁੱਕਾ ਆ, ਤੇ ਇਸ ਵੇਲੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਡੈਸਕ ਦੇ ਉੱਤੇ ਹੈਗਾ। ਬੜੀ ਅਨਫੋਰਚੂਨੇਟ ਗੱਲ ਆ ਵੀ ਇੱਕ ਵਾਰੀ ਸਾਨੂੰ ਕਿਸੇ ਨੇ ਕੋਈ ਦੱਸਿਆ ਨਹੀਂ ਸੀ ਵੀ ਅੱਜ ਹੀਅਰਿੰਗ ਹੈਗੀ ਆ, ਤੇ ਇਸ ਕਰਕੇ ਆਪਾਂ ਰੇਡੀਓ ਤੇ ਅਨਾਉਂਸ ਨਹੀਂ ਕਰ ਸਕੇ ਸੀ। ਉਸ ਦਿਨ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਪਹੁੰਚੇ ਹੋਏ ਸੀ, ਤੇ ਉਹਨਾਂ ਨੇ ਕਾਫੀ ਉੱਥੇ ਜਿਹੜਾ ਆ ਉਹਦਾ ਸਾਥ ਦਿੱਤਾ, ਤੇ ਆਪਣੇ ਸਾਰੇ ਜਿਹੜੇ ਮਿਸਿੰਗ ਸੀ ਸਿਰਫ 2 ਜਣੇ ਉੱਥੇ ਪਹੁੰਚੇ ਹੋਏ ਸੀ। ਉਦੋਂ ਬਾਅਦ ਸਾਨੂੰ ਵੀ ਬੁਰਾ ਭਲਾ ਕਿਹਾ ਗਿਆ, ਪੰਜਾਬੀ ਰੇਡੀਓ ਨੇ ਨਹੀਂ ਦੱਸਿਆ ਜੀ, ਖਰੇ ਰਲੇ ਹੋਏ ਜੇ ਉਹ ਮਹੀਨੇ ਤੋਂ ਰੌਲਾ ਪਾ ਰਹੇ ਆ। ਬੜੀ ਜਿੱਦਾਂ ਸ਼ਰਮ ਵਾਲੀ ਗੱਲ ਆ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਲਈ ਵੀ। ਕੈਲੀਫੋਰਨੀਆ 'ਚ 2.5 ਲੱਖ ਤੋਂ ਵੱਧ ਸਿੱਖ ਰਹਿੰਦੇ ਹੋਣ, 150 ਤੋਂ ਵੱਧ ਗੁਰਦੁਆਰਾ ਹੋਵੇ। ਕੱਲ ਸ਼ਾਮ ਤਾਈਂ ਸਿਰਫ 693 ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਸੀ, 693। ਇਹ ਤੁਸੀਂ ਹਿਸਾਬ ਲਾ ਲਓ। ਸੋ ਆਪਾਂ ਕੁਝ ਕਰਦੇ ਹੈ ਨਹੀਂ, ਇੱਕ ਦੂਜੇ ਨੂੰ ਬਲੇਮ ਕਰਦੇ ਰਹਿੰਦੇ ਹੈਗੇ ਆ, ਗੱਲਾਂ ਇਦਾਂ ਕਰਦੇ ਆ ਵੀ ਅਸੀਂ ਬਹੁਤ ਵੱਡਾ ਮੁਲਕ ਬਣਾਉਣ ਜਾ ਰਹੇ ਆ। ਇੱਥੇ ਤੁਹਾਡਾ ਹਾਲ ਜਿਹੜਾ ਆ ਉਹ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ। ਅਗਲਿਆਂ ਨੇ ਚੁੱਪ ਚਪੀਤੇ ਜਿਹੜੀ ਆ ਦੀਵਾਲੀ ਦੀ ਛੁੱਟੀ ਕੈਲੀਫੋਰਨੀਆ 'ਚ ਮਨਵਾ ਲਈ ਆ, ਉਹ ਵੀ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਦੇ ਡੈਸਕ ਤੇ ਆ। ਤੇ ਸਭ ਤੋਂ ਜਿਹੜੀ ਗੁੱਡ ਚੀਜ਼ ਇਹ ਆ ਵੀ ਕਿਸੇ ਇੱਕ ਸਿੱਖ ਨੇ ਕੋਈ ਵਿਰੋਧ ਨਹੀਂ ਕੀਤਾ। ਈਵਨ ਜਿਹੜੇ ਦੋਨੋਂ ਹੀ ਅਸੈਂਬਲੀ ਮੈਂਬਰ ਆ, ਜਸਮੀਤ ਬੈਂਸ ਤੇ ਐਨਾ ਕੈਬਰਿਆਲੋ, ਉਹਨਾਂ ਨੇ ਵੀ ਦੀਵਾਲੀ ਦੀ ਸਪੋਰਟ ਕੀਤੀ ਹੈਗੀ ਆ। ਠੀਕ ਆ, ਅਗਲਿਆਂ ਦਾ ਤਿਉਹਾਰ ਹੈਗਾ ਆ, ਉਹਨਾਂ ਨੂੰ ਹਰ ਕੋਈ ਕਰਦਾ, ਪਰ ਇਸ ਮਸਲੇ ਦੇ ਉੱਤੇ ਦੇਖੋ ਆਰਗੇਨਾਈਜੇਸ਼ਨਸ ਇੰਨੀ ਲਾਰਜ ਸਕੇਲ ਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਮਾਸ ਮੇਲਿੰਗ ਕਰ ਰਹੀ ਹੈਗੀ ਸਿੱਖਾਂ ਦੇ ਘਰਾਂ ਦੇ ਵਿੱਚ। ਸਿੱਖਾਂ ਨੂੰ ਈਮੇਲਸ ਆ ਰਹੀਆਂ ਕਿ ਦੇਖੋ ਜੀ ਜਿਹੜਾ SV 509 ਬਿੱਲ ਹੈਗਾ ਇਹ ਹਿੰਦੂਆਂ ਦੇ ਉਲਟ ਆ, ਜਦ ਕਿ ਕਲੀਅਰਲੀ ਕਿਹਾ ਵੀ ਕਿਸੇ ਹਿੰਦੂ ਦੇ ਉਲਟ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਇਹ ਅਮਰੀਕਾ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਜਿਹੜਾ ਕੋਈ ਬਾਹਰਲੀ ਸਰਕਾਰ ਖਤਰਾ ਕਰਦੀ ਆ, ਕਿਸੇ ਤਰ੍ਹਾਂ ਇੰਟੀਮੀਡੇਟ ਕਰਦੀ ਆ, ਉਹਦੇ ਲਈ ਇਹ ਬਿੱਲ ਹੈਗਾ। ਉਹ ਟ੍ਰੇਨਿੰਗ ਦੇਣੀ ਆ ਪੁਲਿਸ ਵਾਲਿਆਂ ਨੂੰ। ਸੋ ਉਹ ਇੰਨੀ ਲਾਰਜ ਸਕੇਲ ਤੇ ਕਰ ਰਹੇ ਆ, ਤੇ ਆਪਣੇ ਸਿਰਫ ਗੁਰੂ ਘਰਾਂ 'ਚ ਜਾ ਕੇ ਆਪਾਂ ਲੰਗਰ ਛਕ ਕੇ ਆ ਜਾਂਦੇ ਹੈਗੇ ਆ, ਸਣੇ ਗੁਰੂ ਘਰ ਕਮੇਟੀਆਂ, ਸਣੇ ਜਿਹੜੇ ਸੰਗਤ ਦੇ ਮੈਂਬਰ। ਕਿੰਨੀ ਸ਼ਰਮ ਦੀ ਗੱਲ ਆ ਵੀ 693 ਸਿਰਫ ਲੋਕਾਂ ਨੇ ਲੈਟਰ ਘੱਲੇ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਨੂੰ ਕੱਲ ਸ਼ਾਮ ਤਾਈਂ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਥੋਂ ਤਾਂ ਲੱਗਦਾ ਨਹੀਂ, ਮੈਨੂੰ ਨਹੀਂ ਲੱਗਦਾ ਵੀ ਇਹ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਆ ਉਹ ਗਵਰਨਰ ਇਹਦੇ ਤੇ ਸਾਈਨ ਕਰੂਗਾ। ਜੇ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲਿਆਂ ਦੇ 40-50 ਹਜ਼ਾਰ ਸਿਗਨੇਚਰ ਗਏ ਹੋਏ ਤੇ SV 509 ਬਿੱਲ ਦੇ ਹੱਕ ਦੇ ਵਿੱਚ 693 ਗਏ, ਤਾਂ ਫਿਰ ਉਹ ਗਵਰਨਰ ਬੇਵਕੂਫ ਥੋੜ੍ਹਾ ਜਿਹੜਾ ਉਹ ਬਿੱਲ ਨੂੰ ਪਾਸ ਕਰੂਗਾ। ਠੀਕ ਹੈ ਕਿ ਨਹੀਂ? ਇਹ ਬਹੁਤ ਹੀ ਨਮੋਸ਼ੀ ਵਾਲੀ ਜਿਹੜੀ ਗੱਲ ਹੈਗੀ ਆ। ਇੰਨਾ ਅਸੀਂ ਰੌਲਾ ਪਾਉਂਦੇ ਆ, ਇੰਨੀ ਜਿਹੜੀ ਆਪਣੇ ਸਰੋਤਿਆਂ ਨੂੰ ਦੱਸਦੇ ਆ ਵੀ ਭਾਈ ਆਹ ਕੰਮ ਕਰੋ, ਫਿਰ ਹਾਲਾਂਕਿ ਸਿਰਫ 30 ਸੈਕਿੰਡ ਦਾ ਕੰਮ ਹੈਗਾ ਆ ਉਹ ਸਾਈਨ ਕਰਨਾ, ਓਨਲੀ 30 ਸੈਕਿੰਡ, ਫਿਰ ਵੀ ਨਹੀਂ ਐਕਟ ਹੋ ਰਿਹਾ ਹੈਗੇ। ਬਾਅਦ ਦੇ ਵਿੱਚ ਫਿਰ ਸਾਰੇ ਜਿਹੜੇ ਆ ਫਿਰ ਰੋਂਦੇ, ਦੇਖੋ ਜੀ ਆਹ ਹੋ ਗਿਆ ਸਾਡੇ ਨਾਲ, ਧੱਕਾ ਹੋ ਗਿਆ। ਤੇ ਧੱਕਾ ਤਾਂ ਇਦਾਂ ਹੀ ਹੁੰਦਾ ਨਾ।
ਬਿਲਕੁਲ ਜੀ, ਅਗਲੇ ਕਹਿ ਰਹੇ ਆ, ਕਹਿੰਦੇ ਵੀ ਜੇ ਇਹ ਬਿੱਲ ਪਾਸ ਹੋ ਗਿਆ, ਵਿੱਚ ਨਾਲ ਇਹ ਵੀ ਲਿਖਦੇ ਆ ਉਸ ਈਮੇਲ ਦੇ ਵਿੱਚ ਜਿਹੜੀ ਇਹਨਾਂ ਨੇ ਘੱਲੀ ਆ, ਵੀ ਦੇਖੋ ਅਸੀਂ ਤਾਂ ਜਿਹੜੀਆਂ ਚੀਜ਼ਾਂ ਵਿੱਚ ਚੇਂਜਿਸ ਕਰਾਉਣੇ ਚਾਹੁੰਦੇ ਸੀ ਉਹ ਕਰਾ ਲਈਆਂ, ਪਰ ਫਿਰ ਵੀ ਉਹ ਇਨਫ ਨਹੀਂ ਆ ਕਹਿੰਦੇ। ਕਹਿੰਦੇ ਜੀ। ਵੀ ਸਾਨੂੰ ਇਹ ਡਰ ਆ ਵੀ ਜੇ ਅਸੀਂ ਖਾਲਿਸਤਾਨ ਦੇ ਉਲਟ ਬੋਲਦੇ ਆ ਤਾਂ ਸਾਡੇ ਉੱਤੇ ਧੱਬਾ ਜਿਹੜਾ ਉਹ ਲਾ ਕੇ ਤੇ ਸਾਨੂੰ ਜਿਹੜਾ ਉਹ ਰੋਕਣਗੇ। ਸੋ ਹੁਣ ਤੁਸੀਂ ਦੇਖੋ ਵੀ ਜਦ ਇਹ ਪ੍ਰੋਪੇਗੈਂਡਾ ਕਰਦੇ ਆ, ਗੁਰੂ ਘਰਾਂ ਨੂੰ ਅੱਤਵਾਦ ਦੇ ਅੱਡੇ, ਨਸ਼ੇ ਦੇ ਅੱਡੇ ਤੇ ਹੋਰ ਏਦਾਂ ਦੇ ਅਨਾਪ-ਸ਼ਨਾਪ ਚੀਜ਼ਾਂ ਜਿਹੜੀਆਂ ਜਦੋਂ ਬੋਲਦੇ ਆ, ਤਾਂ ਇਹ ਉਹੀ ਪ੍ਰੋਪੇਗੈਂਡਾ ਉਹ ਸਿੱਟ ਰਹੇ ਹੁੰਦੇ ਆ, ਜੋ ਉੱਥੇ ਭਾਰਤ ਦੇ ਵਿੱਚ ਕੀਤਾ ਜਿਹੜਾ ਉਹ ਜਾ ਰਿਹਾ ਹੁੰਦਾ ਆ। ਤੇ ਜਦੋਂ ਉਸ ਚੀਜ਼ ਨੂੰ ਐਕਸਪੋਜ਼ ਕਰਦਾ ਆ ਇਹ TNR ਵਾਲਾ ਬਿੱਲ SB 509, ਤੇ ਇਹਨਾਂ ਨੂੰ ਇਹ ਡਰ ਆ ਵੀ ਸਾਨੂੰ ਪ੍ਰੋਪੇਗੈਂਡਾ ਕਰਨ ਤੋਂ ਜਿਹੜਾ ਇਹ ਕਿਤੇ ਨਾ ਕਿਤੇ ਬਿੱਲ ਨੇ ਰੋਕ ਦੇਣਾ, ਇਸ ਲਈ ਆਪਾਂ ਇਸ ਦੇ ਉਲਟ ਜਿਹੜਾ ਉਹ ਕਰੀਏ। ਹੈ ਆਪਣੀ ਆਰਗੇਨਾਈਜੇਸ਼ਨ ਜਾਂ ਕੋਈ ਗੁਰੂ ਘਰਾਂ ਦੀਆਂ ਮੈਂਬਰਸ਼ਿਪ ਦੀਆਂ, ਮੈਂ ਕਿਹਾ ਵੀ ਹਰਜੋਤ ਸਿੰਘ ਜੀ ਜਦੋਂ ਤੋਂ ਹੁੰਦੀਆਂ ਇਲੈਕਸ਼ਨਾਂ, ਉਦੋਂ ਤਾਂ ਲਿਸਟਾਂ ਕੱਢਦੇ ਆ ਏਦਾਂ ਘਟਾ ਝਾੜ ਕੇ ਕਾਲਾਂ ਕਰ ਕਰਕੇ ਲੋਕਾਂ ਨੂੰ ਕਰ ਦਿੰਦੇ ਕਮਲੇ, ਵੀ ਹੁਣ ਜੀ। ਆਜੋ ਜੀ, ਕਰੋ ਜੀ, ਆਜੋ ਜੀ, ਵੋਟ ਪਾਓ, ਸਾਡੀ ਸਲੇਟ ਨੂੰ ਪਾ ਦਿਓ ਜੀ, ਸਾਡੀ ਸਲੇਟ ਨੂੰ ਪਾ ਦਿਓ ਜੀ। ਅੱਜ ਹੈ ਕੋਈ ਕਮੇਟੀ ਮੈਂਬਰ ਕਿਸੇ ਵੀ ਗੁਰੂ ਘਰ ਦਾ ਜਿਹੜਾ ਆਪਣੀ ਮੈਂਬਰਸ਼ਿਪ ਨੂੰ ਇਹ ਕੋਈ ਈਮੇਲ ਘੱਲ ਰਿਹਾ ਜਾਂ ਕਾਲ ਕਰ ਰਿਹਾ ਵੀ ਭਾਈ ਕਰੋ SB 509 ਦੇ ਉੱਤੇ ਬਿੱਲ ਦੇ ਉੱਤੇ ਸਾਈਨ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਹ ਮੁੱਦਾ ਜੋ ਚੱਲ ਰਿਹਾ ਆ ਵੀ ਉਸ ਦੇ ਜਿਹੜਾ ਉਹ ਵਿੱਚ ਹੋ ਸਕਦਾ ਕਿਸੇ ਨੂੰ ਅਕੌੜੀ ਵੀ ਲੱਗੇ ਇਹ ਗੱਲ, ਪਰ ਭਾਈ ਹਮਲਾ ਮਾਰ ਲਓ, ਬਾਅਦ ਚ ਸੱਪ ਲੰਗੀ ਦੇ ਉੱਤੇ ਲੀਕ ਕੁੱਟਦੇ ਹਮੇਸ਼ਾ ਆਪਾਂ ਰਹਿੰਦੇ ਆ, ਨਜ਼ਰ ਆਉਂਦੇ ਆ, ਤੇ ਫਿਰ ਕਹਿੰਦੇ ਅੱਖਾਂ 'ਚ ਘੱਟਾ ਪੈ ਗਿਆ। ਤੇ ਭਾਈ ਜਦੋਂ ਧੂੜ ਦੇ ਵਿੱਚ ਇਹੀ ਚੀਜ਼ ਕਰਨੀ ਹੈ ਤੇ ਫਿਰ ਅੱਖਾਂ 'ਚ ਘੱਟਾ ਹੀ ਪੈਣਾ ਹੁੰਦਾ ਆ। ਇੱਕ ਦੂਜੇ ਨੂੰ ਠਾਹ ਨਾ ਖਿੱਚੋ। ਇਹ ਕਈ ਵਾਰੀ ਕਰੜੇ ਬੋਲ ਇਸ ਲਈ ਬੋਲਣੇ ਪੈਂਦੇ ਆ ਵੀ ਚਲੋ ਸ਼ਾਇਦ ਦੇਖ ਕੇ ਆਪਾਂ ਜਿਹੜਾ ਗਾਂਹ ਨੂੰ ਜਿਹੜਾ ਵਧੀਏ। ਸੋ ਅਸੀਂ ਬੇਨਤੀ ਵੀ ਕਰਦੇ, ਅਪੀਲ ਵੀ ਕਰਦੇ ਤੇ ਤਾੜਨਾ ਵੀ ਕਰਦੇ ਆ ਸਾਰਿਆਂ ਨੂੰ, ਨਾਲ ਦੇ ਨਾਲ ਸਾਰੀਆਂ ਚੀਜ਼ਾਂ ਆ, ਪਿਆਰ ਵੀ ਆ ਤੇ ਥੋੜਾ ਜਿਹਾ ਨਾਲ ਗੁੱਸਾ ਵੀ ਆ ਵੀ ਭਾਈ ਇਹ ਚੀਜ਼ਾਂ ਦੇ ਵਿੱਚ ਅੱਗੇ ਜਿਹੜਾ ਉਹ ਹੋਵੋ, ਕਿਸੇ ਨੇ ਉਂਗਲ ਫੜ ਕੇ ਗਾਂਹ ਨਹੀਂ ਲੈ ਕੇ ਜਾਣਾ, ਆਪ ਹੀ ਹਮਲੇ ਜਿਹੜੇ ਉਹ ਕਰਨੇ ਪੈਣੇ ਆ। ਹਮਲਾ ਜਿਹੜਾ ਇਸ ਦੇ ਵਿੱਚ ਆਪਾਂ ਨੂੰ ਮਾਰਨਾ ਪੈਣਾ ਆ। ਉਹ ਜੰਗੀ ਪੱਧਰ ਦੇ ਉੱਤੇ ਚੁੱਪ ਚਪੀਤੇ ਉਹ ਲੱਗੇ ਹੋਏ ਆ ਤੇ ਆਪਾਂ ਰੌਲਾ ਪਾਉਣ ਜੋਗੇ ਕਿਤੇ ਜਿਹੜੇ ਉਹ ਰਹਿ ਜਾਂਦੇ ਆ। ਫਿਰ ਲਾਲਾ ਜਿਹੜੀ ਉਹ ਬਾਅਦ ਦੇ ਵਿੱਚ ਕਰਾਉਣ ਨੂੰ ਫਿਰ ਆਪਾਂ ਗਾਂਹ ਹੋ ਜਾਂਦੇ ਆ। ਹੁਣ ਮੌਕਾ ਆ, ਪ੍ਰੈਸ਼ਰ ਪਾ ਲਓ, ਜ਼ੋਰ ਪਾ ਲਓ ਗਵਰਨਰ ਦੇ ਉੱਤੇ, ਸਾਈਨ ਕਰ ਦਿਓ ਇਹਨਾਂ ਨੂੰ ਤੇ ਇਹ ਈਮੇਲਾਂ ਘੱਲੋ, ਚਿੱਠੀਆਂ ਘੱਲੋ, ਸਾਰਾ ਕੁਛ ਕਰੋ। ਨਹੀਂ ਤਾਂ ਫਿਰ ਅੱਖਾਂ 'ਚ ਜਿਹੜੇ ਉਹ ਘਸੁੰਨ ਦੇ ਕੇ ਤੇ ਫਿਰ ਗਲੇਡੂ ਡਿੱਗਦੇ ਰਹਿਣੇ ਆ ਵੀ ਹਾਏ ਹੁਣ ਕੀ ਹੋ ਗਿਆ ਸਾਡੇ ਨਾਲ। ਕਈਆਂ ਦੀ ਰਾਜਕਨਵੀਰ ਸਿੰਘ ਜੀ ਕਾਲਾਂ ਆਉਂਦੀਆਂ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਦਾਂ ਸਾਈਨ, ਸਿਰਫ 30 ਸੈਕਿੰਡ ਦੀ ਗੱਲ ਆ ਵੀ ਜਿਹੜੀ ਤੁਸੀਂ ਪਟੀਸ਼ਨ ਸੀਗੀ ਹਰਜਿੰਦਰ ਸਿੰਘ ਦੇ ਇੱਕ ਹਿੰਦੂ ਬੀਬੀ ਨੇ ਜਿਹੜੀ ਬਣਾਈ ਸੀ, ਉੱਥੇ ਤਾਂ ਤੁਸੀਂ ਮਿਲੀਅਨ ਸਾਈਨ ਕਰਤੇ, ਜਿਹਦਾ ਨੁਕਸਾਨ ਹੋਣਾ ਸੀ ਉੱਥੇ ਤੁਸੀਂ ਕਿਸੇ ਨੂੰ ਨਹੀਂ ਪੁੱਛਿਆ, ਉੱਥੇ ਧੜਾਧੜ ਅੱਗੇ ਦੇ ਅੱਗੇ ਜਿਹੜੀਆਂ ਕਰੀ ਗਏ। ਤੇ ਜਿੱਥੇ ਤੁਹਾਡੀ ਫਿਊਚਰ 'ਚ ਜਨਰੇਸ਼ਨਸ ਜਿਹੜੀਆਂ ਆ ਉਹਨਾਂ ਦੀ ਸੇਫਟੀ ਦੇ ਲਈ, ਅਮਰੀਕਨ ਸਿਟੀਜ਼ਨ ਦੀ ਸੇਫਟੀ ਦੇ ਲਈ ਬਿੱਲ ਹੈਗਾ ਆ, ਤੇ ਉੱਥੇ ਤੁਸੀਂ ਜਿਹੜੇ ਚੁੱਪ ਕਰਕੇ ਬੈਠੇ ਹੈਗੇ ਆ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ। ਨਹੀਂ ਤਾਂ ਕੀ ਹੋਣਾ ਹੈ ਵੀ ਜਿਹੜੀਆਂ ਉਹ ਆਰਗੇਨਾਈਜੇਸ਼ਨਸ ਜਾਂ ਜਿਹੜੇ ਸਾਡੇ ਵਰਗੇ ਮੀਡੀਆ ਵੀ ਅੱਗੇ ਰੌਲਾ ਪਾਉਂਦੇ ਵੀ ਸਾਨੂੰ ਵੀ ਕੀ ਆ, ਅਸੀਂ ਵੀ ਆਰਾਮ ਨਾਲ ਇੱਥੇ ਗਾਣੇ ਸੁਣਾਈ ਜਾਵਾਂਗੇ ਤੇ ਚੁੱਪ ਕਰਕੇ ਸੁਣੀ ਜਾਓ, ਹਨਾ। ਜੀ। ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇੱਕ ਇਹ ਵੀ ਹੁਣ ਬੜੀ ਇਹ ਵੀ ਕਈਆਂ ਨੇ ਗੁੱਸੇ ਹੋਣਾ ਹੈਗਾ। ਬਹੁਤ ਸਾਨੂੰ ਵੀ ਰੇਡੀਓ ਤੇ ਕਾਲਾਂ ਆ ਰਹੀਆਂ ਪਈ ਜੀ, ਫਲੱਡ ਆਏ ਆ ਪੰਜਾਬ ਦੇ ਵਿੱਚ, ਉੱਥੇ ਫੰਡ ਰੇਜ਼ਿੰਗ ਕਰੋ, ਪੈਸੇ ਇਕੱਠੇ ਕਰੋ। ਪੰਜਾਬੀ ਰੇਡੀਓ USA ਜਦੋਂ ਤੋਂ ਹੀ 2010 ਚੋਂ ਹੋਣ ਤੋਂ ਆਇਆ, ਪਹਿਲੇ ਦਿਨ ਤੋਂ ਹੀ ਅਸੀਂ ਇਹ ਰੱਖਿਆ ਸੀ ਵੀ ਅਸੀਂ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਫੰਡ ਰੇਜ਼ਿੰਗ ਨਹੀਂ ਕਰਨਾ, ਚਾਹੇ ਕੋਈ ਕਿਸੇ ਦਾ GoFundMe ਹੋਵੇ। ਕਾਰਨ ਕੀ ਆ ਵੀ 1 ਸੈਕਿੰਡ ਨਹੀਂ ਲੱਗਦਾ ਕਿਸੇ ਨੂੰ ਕਹਿਣ ਨੂੰ ਵੀ ਦੇਖੋ ਜੀ ਪੈਸੇ ਖਾ ਗਏ, ਤੇ ਬਹੁਤ ਵਾਰ ਇਦਾਂ ਹੋਇਆ ਵੀ ਆ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਜਦੋਂ ਤੋਂ ਹੀ ਪੰਜਾਬ ਦੇ ਵਿੱਚ ਫਲੱਡ ਆਏ ਆ, 350 ਤੋਂ ਵੱਧ ਕਹਿੰਦੇ NGOs ਦਿਨਾਂ ਦੇ ਵਿੱਚ ਹੀ ਬਣ ਗਈਆਂ ਹੈਗੀਆਂ। ਧੜਾ-ਧੜ ਲੋਕ ਪੈਸੇ ਇਕੱਠੇ ਕਰ ਰਹੇ ਹੈਗੇ ਆ। ਕਿਹਦੇ ਕੋਲ ਜਾਣਾ, ਕਿਹਨੂੰ ਮਿਲਣਾ, ਕਿਸੇ ਨੂੰ ਕੋਈ ਪਤਾ ਨਹੀਂ। ਬਾਅਦ ਦੇ ਵਿੱਚ ਕਹਿ ਦੋਗੇ ਦੇਖੋ ਜੀ ਉਹ ਖਾ ਗਿਆ। ਸੋ ਇਸ ਕਰਕੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਪਲੀਜ਼ ਸੁਣਦੇ ਹੈਗੇ ਆ, ਤੁਸੀਂ ਕਿਸੇ ਦੀ ਜਿਹੜੀ ਫਲੱਡ ਵਿਕਟਮ ਦੀ ਸਪੋਰਟ ਕਰਨੀ ਆ। ਆਪਾਂ ਪਿੰਡਾਂ ਤੋਂ ਆਏ ਹੈਗੇ ਆ। ਆਪਣੇ ਪਿੰਡ ਦੇ ਵਿੱਚ ਦੇਖੋ ਕਿਹਦਾ ਨੁਕਸਾਨ ਹੋਇਆ, ਤੁਹਾਡੇ ਨਾਨਕਿਆਂ 'ਚ ਦੇਖੋ, ਜਿੱਥੇ ਤੁਹਾਡੀ ਕੋਈ ਭੂਆ ਆ, ਮਾਸੀ ਆ, ਮਾਸੜ, ਜਿਹਦੇ ਤੁਹਾਨੂੰ ਪਤਾ ਵੀ ਤੁਹਾਡੇ ਘਰ ਦਾ ਬੰਦਾ ਖੁਦ ਉਸ ਪਰਿਵਾਰ ਨੂੰ ਡਾਇਰੈਕਟ ਜਾ ਕੇ ਜਿਹੜਾ ਪੈਸੇ ਦੇ ਸਕਦਾ ਤੇ ਵੀਡੀਓ ਦੇ ਉੱਤੇ ਜਿਹੜੀ ਤੁਹਾਡੇ ਨਾਲ ਗੱਲ ਕਰ ਸਕਦਾ ਹੈਗਾ। ਇਹ ਕੋਸ਼ਿਸ਼ ਕਰੋ, ਨਾ ਕਿ ਇਮੋਸ਼ਨਲ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਆ ਕੰਮ ਕੋਈ ਕਰਦੀ ਆ, ਚਲੋ ਜੀ ਆ ਗਿਆ ਨੈਚੁਰਲ ਡਿਜ਼ਾਸਟਰ। ਕਈਆਂ ਨੂੰ ਤਾਂ ਇਹ ਹੁੰਦਾ ਹੀ ਆ ਵੀ ਨੈਚੁਰਲ ਡਿਜ਼ਾਸਟਰ ਆਇਆ ਵੀ ਚਲੋ ਠੀਕ ਆ, ਹੁਣ ਸਾਡਾ ਜਿਹੜੀ ਆ ਦਾਣਾ ਪਾਣੀ ਚੱਲਣਾ ਸ਼ੁਰੂ ਹੋ ਜਾਣਾ ਤੇ ਪੈਸੇ ਇਕੱਠੇ ਕਰਨੇ ਸ਼ੁਰੂ ਕਰੋ। ਇਹ ਮੈਂ ਰਿਐਲਿਟੀ ਦੱਸ ਰਿਹਾ। ਬਹੁਤ ਵਾਰ ਪਾਕਿਸਤਾਨ 'ਚ ਇੱਕ ਵਾਰੀ ਅਰਥਕੁਏਕ ਆਇਆ ਸੀ।
$22,000 ਬੇ ਏਰੀਏ 'ਚ ਇਕੱਠਾ ਹੋਇਆ ਸੀ, ਅੱਜ ਤੱਕ ਉਹਨਾਂ ਨੂੰ ਮਿਲਿਆ ਨਹੀਂ ਹੈ। ਹੂੰ, ਸੋ ਇਸ ਕਰਕੇ ਆਪ ਖੁਦ ਸੋਚੋ, ਜਿਹਨੂੰ ਵੀ ਤੁਸੀਂ ਡੋਨੇਸ਼ਨ ਦੇਣੀ ਆ ਉਹ ਸਿੱਧੀ ਆਪ ਜਾ ਕੇ ਦਿਓ। ਪਹਿਲੀ ਗੱਲ ਤਾਂ ਉਹਨਾਂ ਜਿਨ੍ਹਾਂ ਨੂੰ ਦੇਣੀ ਉਹਨਾਂ ਨੂੰ ਵੀ ਕਹੋ ਭਾਈ ਸਰਕਾਰਾਂ ਦਾ ਕੀ ਕੰਮ ਆ, ਆਪਾਂ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਇੱਥੇ ਨੈਚੁਰਲ ਡਿਜ਼ਾਸਟਰ ਆਉਂਦੇ ਆ, ਫੀਮਾ ਵਰਗੀਆਂ ਆਰਗੇਨਾਈਜੇਸ਼ਨਸ ਆ ਧੜਾ ਧੜ ਉਹ ਕੰਮ ਕਰਦੇ ਵੀ ਹੁਣ ਬੰਨ ਬਣਾਣੇ ਇਹ ਸਾਰਾ ਕੰਮ ਕਰਨਾ ਇਹ ਤਾਂ ਸਰਕਾਰ ਦਾ ਹੁੰਦਾ ਨਾ। ਹਾਂ, ਫਾਈਨੈਂਸ਼ੀਅਲੀ ਸਪੋਰਟ ਕਰਨੀ ਆ, ਲੰਗਰ ਦੀ ਕਰਨੀ ਆ, ਉਹ ਠੀਕ ਆ, ਆਮ ਸੰਗਤ ਜਿਹੜਾ ਆਪਾਂ ਕਰਦੇ ਹੀ ਹੈਗੇ ਸਿੱਖ। ਸੋ ਜਿਨ ਵੀ ਕਿਸੇ ਨੇ ਕਿਸੇ ਨੂੰ ਫੰਡਿੰਗ ਦੇਣੀ ਹੈਗੀ ਆ, ਆਪਣੇ ਬੇਸ ਤੇ ਆਪ ਖੁਦ ਦਿਓ, ਤਾਂ ਕਿ ਬਾਅਦ ਦੇ ਵਿੱਚ ਤੁਸੀਂ ਗਿਲਟੀ ਨਾ ਮਹਿਸੂਸ ਕਰੋ। ਕਈ ਵਾਰ ਕਹਿੰਦੇ ਅਸੀਂ ਤਾਂ ਦੇਤੀ ਜੀ, ਗਾਹਾਂ ਜੋ ਮਰਜ਼ੀ ਹੋਵੇ, ਉਹ ਬਹੁਤ ਮਾੜੀ ਗੱਲ ਹੈਗੀ ਆ। ਦਾਨ ਵੀ ਜਿਹੜਾ ਅਕਲ ਦੇ ਨਾਲ ਦੇਣਾ ਚਾਹੀਦਾ ਹੈਗਾ ਆ, ਅਕਲੇ ਦੀਜੇ ਦਾਨ। ਸੋ ਇਹ ਸਾਡੀ ਪੰਜਾਬੀ ਰੇਡੀਓ USA ਵੱਲੋਂ, ਕਿਉਂਕਿ ਅੱਜ ਸਾਨੂੰ ਸਵੇਰੇ 3-4 ਕਾਲਾਂ ਆਈਆਂ ਸੀਆਂ, ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਜਿੰਨੇ ਵੀ ਸਰੋਤੇ ਸੁਣਦੇ ਆ ਵੀ ਭਾਈ ਜੇ ਕਿਸੇ ਨੇ ਕਿਸੇ ਨੂੰ ਡੋਨੇਸ਼ਨ, ਕਿਸੇ ਨੂੰ ਫਲੱਡ ਦੇ ਵਿੱਚ ਜਿਹੜਾ ਦਾਨ ਦੇਣਾ ਹੈਗਾ, ਉਹ ਆਪ ਦਿਓ, ਖੁਦ ਦਿਓ। ਬਹੁਤ ਆਰਗੇਨਾਈਜੇਸ਼ਨਸ, ਬਹੁਤ NGOs ਇਕੱਠੀਆਂ ਹੋ ਗਈਆਂ ਹੈਗੀਆਂ ਉੱਥੇ, ਪਤਾ ਹੀ ਨਹੀਂ ਲੱਗਦਾ। ਕੋਈ ਕਹਿੰਦਾ ਮੈਂ ਆਹ ਪਿੰਡ ਲੈ ਲਿਆ, ਕੋਈ ਕਹਿੰਦਾ ਮੈਂ ਇੰਨੇ ਟਰੈਕਟਰ ਲੈ ਲਏ, ਕੋਈ ਕੁਛ ਫੋਟੋਆਂ ਚਾੜੀ ਜਾਂਦੇ ਧੜਾ ਧੜ। ਆਪਣੇ ਲੈਵਲ ਤੇ ਦਿਓ ਤਾਂ ਕਿ ਜਿਹੜਾ ਆ ਬਾਅਦ ਦੇ ਵਿੱਚ ਤੁਸੀਂ ਪਛਤਾਓ ਨਾ ਜੀ ਵੀ ਅਸੀਂ ਕਿਹਨੂੰ ਪੈਸੇ ਦੇ ਦਿੱਤੇ ਸੀ ਜੀ, ਉਹ ਤਾਂ ਪੈਸੇ ਖਾ ਗਏ। ਜੀ, ਜੀ। ਬਿਲਕੁਲ। ਸੋ ਧਿਆਨ ਦੇ ਨਾਲ ਦੇਖ ਕੇ ਜਿਹੜਾ ਉਹ ਚੱਲੋ, ਤਾਂ ਜੋ ਭਾਈ ਜਿੱਥੇ ਮਦਦ ਦੀ ਜ਼ਰੂਰਤ ਆ ਉੱਥੇ ਪਹੁੰਚ ਸਕੇ। ਆਪਾਂ ਪਹਿਲੋਂ ਵੀ ਜਿਹੜਾ ਹਰਜੋਤ ਸਿੰਘ ਜੀ ਸ਼ੇਅਰ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਵੀ ਭਾਈ ਜਦੋਂ ਤਾਂ ਲੋੜ ਉਸ ਟਾਈਮ ਦੇ ਉੱਤੇ ਜਿਹੜੀ ਹੁਣ ਲੋੜ ਆ ਨਾ, ਉਹ ਵੱਡੀ ਲੋੜ ਇਸ ਟਾਈਮ ਇਹ ਆ ਜਦੋਂ ਪਾਣੀ ਉਤਰ ਗਿਆ ਆ। ਹੁਣ ਜਦੋਂ ਪਾਣੀ ਉਤਰਿਆ ਆ ਤਾਂ ਹਰਜੋਤ ਸਿੰਘ ਜੀ ਫਿਰ ਪਤਾ ਲੱਗ ਰਿਹਾ ਵੀ ਕਿੰਨੀ ਰੇਤਾ, ਕਿੰਨੀ ਜਿਹੜੀ ਇਸ ਦੇ ਵਿੱਚ ਜਿਹੜਾ ਇਸ ਟਾਈਮ ਨਾਲ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਆ। ਸੋ ਇਹ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਜੇ ਤੁਸੀਂ ਇਸ ਦੇ ਵਿੱਚ ਨਹੀਂ ਕਰਦੇ ਤਾਂ ਫਿਰ ਕੰਮ ਜਿਹੜਾ ਉਹ ਔਖਾ ਹੋਊਗਾ। ਖਾਸ ਕਰਕੇ ਬੜੀ ਮਿਹਨਤ ਦੇ ਨਾਲ ਤੁਸੀਂ ਜਿਹੜੀਆਂ ਕਮਾਈਆਂ ਕਰਦੇ ਆ, ਤੁਹਾਡੇ ਮਨ ਦੇ ਵਿੱਚ ਭਾਵਨਾ ਇਹ ਆ ਵੀ ਭਾਈ ਕਿਸੇ ਨਾ ਕਿਸੇ ਸਹੀ ਜਗ੍ਹਾ ਦੇ ਉੱਤੇ ਜਿਹੜੀ ਉਹ ਲੱਗ ਜਾਵੇ। ਸੋ ਉਹ ਜ਼ਰੂਰੀ ਆ ਵੀ ਭਾਈ ਤੁਸੀਂ ਜਾਓ ਤੇ ਜਿਹਨੂੰ ਵੀ ਮਦਦ ਕਰਨੀ ਆ ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਉੱਤੇ ਤੁਹਾਨੂੰ ਵਿਸ਼ਵਾਸ ਆ, ਉੱਥੇ ਤੱਕ ਜਿਹੜੀ ਉਹ ਪਹੁੰਚਾਓ ਤਾਂ ਜੋ ਉਹ ਮਦਦ ਜਿਹੜੀ ਆ ਵਾਕਿਆ ਹੀ ਲੋੜਵੰਦ ਤੱਕ ਜਿਹੜੀ ਉਹ ਪਹੁੰਚ ਜਾਵੇ। ਨਹੀਂ ਤਾਂ ਬਾਅਦ ਦੇ ਵਿੱਚ ਫਿਰ ਇਹੀ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਇਹ ਕਹਿੰਦੇ ਰਹਿਣਾ ਵੀ ਆਹ ਕੀ ਹੋ ਗਿਆ, ਉੱਥੇ ਤਾਂ ਏਦਾਂ ਕਰਤਾ ਆ। ਫਿਰ ਲੋਕਾਂ ਦਾ ਭਰੋਸਾ ਜਿਹੜਾ ਉਹ ਟੁੱਟਣ ਲੱਗ ਜਾਂਦਾ ਦਾਨ ਪੁੰਨ ਤੋਂ। ਸੋ ਉਹ ਚੀਜ਼ ਨਹੀਂ ਜਿਹੜੀ ਉਹ ਹੋਣੀ ਚਾਹੀਦੀ। ਇਹੋ ਜਿਹੀ ਟਾਈਮ ਦੇ ਉੱਤੇ ਗਿਰਜਾਂ ਇੱਦਾਂ ਦੀਆਂ ਬਥੇਰੀਆਂ ਆਉਂਦੀਆਂ ਜਿੱਦਾਂ ਤੁਸੀਂ ਦੱਸਿਆ ਵੀ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਆ ਨੋਨ ਪ੍ਰੋਫਿਟ ਜਿਹੜੀਆਂ ਉਹ ਉੱਗ ਪਈਆਂ ਆ ਜਦੋਂ ਦਾ ਇਹ ਹੜ੍ਹ ਆਏ ਆ ਉਸ ਤੋਂ ਬਾਅਦ ਦੇ ਵਿੱਚ। ਸੋ ਜਿਹੜਾ ਦੇਖ ਕੇ ਜਿਹੜਾ ਉਹ ਚੱਲਿਆ ਜਿਹੜਾ ਹੋ ਜਾਵੇ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ। ਸੋ ਦਾਨ ਕਰਨ ਤੋਂ ਕੋਈ ਤੁਹਾਨੂੰ ਰੋਕਦਾ ਨਹੀਂ, ਪਰ ਮੇਕ ਸ਼ੋਰ ਕਰੋ ਵੀ ਜਿਹੜਾ ਦਾਨ ਆ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਹੜੇ ਵਾਕਿਆ ਹੀ ਜਿਨ੍ਹਾਂ ਦੇ ਉੱਤੇ ਤੁਹਾਨੂੰ ਭਰੋਸਾ ਆ, ਉਹਨਾਂ ਪਿੰਡਾਂ ਤੱਕ, ਉਹਨਾਂ ਪਿੰਡਾਂ ਦੇ ਲੋਕਾਂ ਤੱਕ ਜਿਨ੍ਹਾਂ ਨੂੰ ਇੱਥੇ ਇਸ ਟਾਈਮ ਜ਼ਰੂਰਤ ਹੈਗੀ ਆ। ਜੀ, ਜਿਹੜਾ SB 59 ਬਿੱਲ ਦਾ ਜਿਹੜਾ ਲਿੰਕ ਹੈਗਾ ਆ ਤੁਹਾਡੀ ਸਾਈਨ ਕਰਨ ਦੇ ਲਈ, ਉਹ ਆਲਰੇਡੀ ਅਸੀਂ ਪੰਜਾਬੀ ਰੇਡੀਓ USA ਦੀ YouTube ਦੇ ਜਿਹੜਾ ਸਾਡੀ ਹੈਗੀ ਉਹਦੇ ਥੱਲੇ ਪਾ ਦਿੱਤਾ ਆ। ਫੇਸਬੁੱਕ ਤੇ ਵੀ ਪਾ ਦਾਂਗੇ। ਬੜਾ ਈਜ਼ੀ ਹੈਗਾ ਆ, ਸਿੱਖ ਕੋਲੀਸ਼ਨ ਵੱਲੋਂ ਹੀ ਤਿਆਰ ਕੀਤਾ ਗਿਆ ਆ। ਸਰਚ ਕਰ ਲਿਓ ਗੂਗਲ ਤੁਸੀਂ ਤੇ ਸਰਚ ਸਿੱਖ ਕਰ ਲਓ ਕੋਲੀਸ਼ਨ ਸਿੱਖ ਕੋਲੀਸ਼ਨ 509 ਪਟੀਸ਼ਨ। ਜੀ। ਜੇ ਤੁਸੀਂ ਉਹ ਕਰ ਸੋ ਲੋਗੇ ਨਾ ਉਹਦੇ ਵਿੱਚ ਆ ਜਾਣਾ ਵੀ ਟੈਲ ਗਵਰਨਰ ਨਿਊਸਮ ਫਾਈਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਈ ਸਾਈਨਿੰਗ 509। ਉਹਨਾਂ ਦਾ ਇੱਕ ਬਲੌਗ ਖੁੱਲਦਾ ਹੈ, ਉਹਦੇ ਵਿੱਚ ਹੀ ਲਿੰਕ ਆ। ਜੀ, ਮੇਕ ਸ਼ੋਰ ਕਰੋ ਘਰ ਦੇ ਸਾਰੇ ਮੈਂਬਰ ਹੀ ਸਾਈਨ ਕਰੋ, ਕਿਉਂਕਿ ਈਮੇਲ ਹਰ ਇੱਕ ਦੀ ਡਿਫਰੈਂਟ ਚਾਹੀਦੀ ਹੈਗੀ ਆ ਤੇ ਡਾਇਰੈਕਟਲੀ ਇਹ ਗਵਰਨਰ ਦੇ ਕੋਲੇ ਜਾਣੀ ਹੈਗੀ ਆ ਈਮੇਲ। ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਯਾਰ ਐਡੀ ਵੱਡੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਹੋਣ, ਇੰਨੇ ਗੁਰੂ ਘਰ ਹੋਣ, ਤਾਂ ਹਜੇ ਤੱਕ ਵੀ ਜਿਹੜੇ 700 ਤੋਂ ਥੱਲੇ ਉੱਥੇ ਪਟੀਸ਼ਨ ਗਈ ਹੋਣ, ਕੁਛ ਨਹੀਂ। ਇਹ ਤਾਂ ਜਿੱਦਾਂ ਫਿਰ ਬਾਅਦ ਦੇ ਵਿੱਚ ਫਿਰ ਆਪਾਂ ਸਾਰੇ ਕਹਿੰਦੇ ਆ ਜੀ ਦੇਖੋ ਜੀ ਆਹ ਹੋ ਗਿਆ, ਸਾਨੂੰ ਪਤਾ ਨਹੀਂ ਲੱਗਾ, ਜਾਂ ਜਿਹੜੀ ਦੂਜੀ ਕਮਿਊਨਿਟੀ ਆ ਜਾਂ ਇੰਡੀਆ ਦੀ ਸਰਕਾਰ ਆ ਤਕੜੀ ਆਹ ਕਰ ਗਈ। ਫਿਰ ਹੁਣ ਤੁਹਾਡੇ ਸਾਹਮਣੇ ਆ, ਜਦੋਂ ਤੁਸੀਂ ਆਪਣਾ ਰੋਲ ਨਹੀਂ ਕੁਛ ਨਿਭਾ ਰਹੇ ਤਾਂ ਫਿਰ ਕੀ ਬਣੂਗਾ। ਫਿਰ ਉਹਨਾਂ ਦੀ ਬੱਲੇ ਹੀ ਹੋਣੀ ਆ। ਫਿਰ ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਪਤਾ ਨਹੀਂ ਕਿੱਡੇ ਤਕੜੇ ਆ, ਪਰ ਇਹ ਨਹੀਂ ਪਤਾ ਵੀ ਬੰਦੇ ਆਪਣੇ ਇੱਥੇ ਕਈ ਵਾਰੀ ਘਿਸਲ ਵੱਟ ਕੇ ਬੈਠੇ ਆ, ਅਵੇਸ ਲਈ ਜਿਹੜੇ ਉਹ ਬੈਠੇ ਰਹਿੰਦੇ ਆ। ਜੀ, ਤੇ ਹੁਣ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।